ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹੁੰਚ ਗਏ ਆਪਣੇ ਮਿੱਤਰ ਪਿਆਰੇ, ਧੰਨਵਾਦ ਸਾਰਿਆਂ ਦਾ। ਸ਼ੁਰੂ ਕਰੀਏ ਆਪਾਂ ਗੱਲਬਾਤ। ਸ਼ੁਕਰੀਆ ਜੀ ਸਾਰਿਆਂ ਨੂੰ, ਫਤਿਹ, ਸਤਿ ਸ਼੍ਰੀ ਅਕਾਲ। ਤੋਂ ਆਪਾਂ ਗੱਲ ਤੋਰੀ ਅੱਗੇ। ਸਤਿ ਸ਼੍ਰੀ ਅਕਾਲ ਜੀ ਸੰਦੀਪ ਕੌਰ ਸਿੱਧੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁਰਫਤਿਹ ਹੈ ਜੀ। ਸੋ ਆਪਾਂ ਜਿਹੜੀ ਲੜੀ ਤੋਰੀ ਸੀ ਉੱਥੋਂ ਹੀ ਅੱਗੇ ਗੱਲ ਤੋਰ ਲਈਏ ਹੁਣ, ਕਿਉਂਕਿ ਤੁਹਾਡਾ ਵੀ ਸਮਾਂ ਕੀਮਤੀ ਹੈ। ਮੇਨ ਤੁਹਾਡਾ ਹੀ ਹੈ, ਕਿਉਂਕਿ ਮੈਂ ਤਾਂ ਬੈਠਾ ਹੀ ਹਾਂ। ਸੋ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਜਿਹੜੀ ਲੜੀ ਤੋਰੀ ਸੀ ਕਿ ਉਹ फिर उठी आखिर सदा तौहीद की पंजाब से, हिंद को एक मर्दे कामिल ने जगाया ख्वाब से। ਉਹ ਯੋਧਾ ਜਿਹੜਾ ਉੱਠਿਆ ਸਦੀਆਂ ਤੋਂ ਸੁੱਤੇ ਹੋਏ ਇਸ ਮੁਲਕ ਨੂੰ ਜਗਾਉਣ ਲਈ, ਜਿਹਨੇ ਹਮਲਾ ਮਾਰਿਆ, ਉਹ ਯੋਧਾ ਉੱਠ ਕੇ ਤੁਰਿਆ ਤੇ ਉਹਦੇ ਪਿੱਛੇ ਵਹੀਰ ਤੁਰੀ ਹੈ। ਹਮ ਤੋਂ ਅਕੇਲੇ ਹੀ ਚਲੇ ਥੇ ਮੰਜ਼ਿਲ ਕੀ ਜਾਨਿਬ, ਹਮ ਸਫ਼ਰ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ। ਸੋ ਕਾਰਵਾਂ ਬਣ ਚੁੱਕਿਆ ਸੀ ਗੁਰੂ ਨਾਨਕ ਪਾਤਸ਼ਾਹ ਦੇ। ਉਸ ਰਾਹ 'ਤੇ ਤੁਰਨ ਵਾਲੇ ਮਰਜੀਵੜੇ ਪੈਦਾ ਹੋ ਚੁੱਕੇ ਤੇ, ਜਿਹੜੇ ਚਾਹੁੰਦੇ ਵੀ ਸੀ ਕਿ ਹੁਕਮ ਕਰੋ ਪਾਤਸ਼ਾਹ, ਪਰ ਪਾਤਸ਼ਾਹ ਨੂੰ ਪਤਾ ਸੀ ਵੀ ਹਲੇ ਸਮਾਂ ਨਹੀਂ ਆਇਆ। ਸੋ ਪੰਚਮ ਗੁਰਦੇਵ ਪਾਤਸ਼ਾਹ ਦੀ ਸ਼ਹਾਦਤ ਨੇ ਉਹ ਸਮਾਂ ਲੈ ਆਂਦਾ ਸੀ। ਅੱਗ ਦੇ ਭਾਂਬੜ ਉਹ ਪੰਚਮ ਗੁਰਦੇਵ ਦੇ ਥੱਲੇ ਨਹੀਂ ਸੀ ਬਾਲੇ ਗਏ, ਉਹ ਸਿੱਖਾਂ ਦੇ ਹਿਰਦਿਆਂ 'ਚ, ਸਿੱਖਾਂ ਦੇ ਦਿਲਾਂ 'ਚ ਬਾਲ ਦਿੱਤੇ ਤੇ। ਉਹ ਤੱਤੀ ਤਵੀ ਤੇ ਗੁਰੂ ਪਾਤਸ਼ਾਹ ਨਹੀਂ ਬੈਠੇ। ਹਰ ਸਿੱਖ ਨੂੰ ਇਹ ਲੱਗਦਾ ਸੀ ਸਾਡਾ ਦਿਲ ਕੱਢ ਕੇ ਉਸ ਤੱਤੀ ਤਵੀ ਤੇ ਰੱਖ ਦਿੱਤਾ, ਸਾਡਾ ਦਿਲ ਭੁੰਨਿਆ ਗਿਆ। ਹੁਣ ਭਾਵੇਂ ਉਹਨਾਂ ਦੀ ਗਿਣਤੀ ਥੋੜ੍ਹੀ ਸੀ, ਪਰ ਅੱਗ ਦੀਆਂ ਲਾਟਾਂ ਉਹਨਾਂ ਦੇ ਅੰਦਰ ਵੜਦੀਆਂ ਤੀਆਂ। ਉਹ ਚਾਹੁੰਦੇ ਸੀ ਕਿ ਸਾਡੇ ਬਾਪ ਦੇ ਖੂਨ ਦਾ ਇੱਕ ਇੱਕ ਕਤਰਾ ਜਿਹੜਾ ਡੁੱਲਿਆ ਸੀ ਜਾਈ ਨਹੀਂ ਜਾਣ ਦਿੰਦੇ। ਹੁਣ ਅਸੀਂ ਉਹ ਰਾਹ 'ਤੇ ਤੁਰਾਂਗੇ। ਹੁਣ ਮਹਾਰਾਜ ਹੁਕਮ ਕਰੋ। ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ, ਜਦੋਂ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ 6ਵੇਂ ਗੁਰਦੇਵ ਪਾਤਸ਼ਾਹ ਨੂੰ ਖੁਦ ਤਿਆਰ ਕੀਤਾ ਹੈ। ਇਹ ਕੋਈ ਅਚਨਚੇਤ ਹੋਈ ਘਟਨਾ ਨਹੀਂ ਤੀ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨੇ ਕਿਰਪਾਨਾਂ ਧਾਰਨੀਆਂ, ਨਾ। ਖੁਦ ਗੁਰਦੇਵ ਪਾਤਸ਼ਾਹ ਨੇ ਸਪੈਸ਼ਲੀ ਤਿਆਰ ਕੀਤਾ। ਆਪ ਵੀ ਉਹ ਤੁਹਾਨੂੰ ਮੈਂ ਦੱਸਿਆ ਕਿ ਖੁਦ ਗੁਰੂ ਅਰਜਨ ਸਾਹਿਬ ਬਹੁਤ ਤਾਕਤਵਰ ਸਰੀਰ ਦੇ ਮਾਲਕ ਸੀ, ਔਰ ਕੁਸ਼ਤੀਆਂ ਜੋ ਲਗਾਤਾਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੇਲੇ ਤੋਂ ਚੱਲਦੀਆਂ ਆ ਰਹੀਆਂ ਸੀ, ਉਹ ਖਾੜੇ ਉਸੇ ਤਰ੍ਹਾਂ ਚੱਲਦੇ ਆ ਰਹੇ ਨੇ। ਤੇ 6ਵੇਂ ਗੁਰਦੇਵ ਪਾਤਸ਼ਾਹ ਨੂੰ ਸ਼ਸਤਰ ਵਿੱਦਿਆ ਲਈ ਸਪੈਸ਼ਲ ਟ੍ਰੇਨਿੰਗ ਦਵਾਈ ਗਈ ਹੈ। ਗੁਰਮਤ ਗੁਰਬਾਣੀ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਜਿਹਦੇ ਵਿੱਚ ਉਹ ਨਿਪੁੰਨ ਸੀਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਸਾਹਿਬਾਨਾਂ ਦੇ ਨਾਲ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਲਿਖੇ ਹੈ। ਕਿੰਨਾ ਕੁ ਵਾਰੀ ਪੜ੍ਹੇ ਹੈ, ਕਿੰਨੇ ਕੁ ਵਾਰੀ ਬਾਚੇ ਹੈ, ਇਹ ਆਪਾਂ ਆਪੇ ਸਮਝ ਸਕਦੇ ਹਾਂ। ਸੋ 6ਵੇਂ ਗੁਰਦੇਵ ਪਾਤਸ਼ਾਹ ਨੂੰ ਤਿਆਰੀ ਕਰਵਾਈ ਗਈ ਹੈ। ਔਰ ਸ਼ਹਾਦਤ ਲਈ ਜਦੋਂ ਪਤਾ ਲੱਗ ਗਿਆ ਕਿ ਗ੍ਰਿਫਤਾਰੀ ਆ ਗਈ, ਹੁਕਮ ਜਾਰੀ ਕਰ ਦਿੱਤਾ ਜਹਾਂਗੀਰ ਨੇ ਗ੍ਰਿਫਤਾਰ ਕਰਕੇ ਲਿਆਓ, ਤਾਂ ਖੁਦ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਗਏ ਨੇ, ਕਿਰਪਾਨਾਂ ਖੁਦ ਧਾਰਨ ਕਰਵਾ ਕੇ ਗਏ ਨੇ ਕਿ ਹੁਣ ਸ਼ਾਂਤੀ ਦਾ ਸਮਾਂ ਲੰਘ ਚੁੱਕਿਆ ਹੈ, ਅੰਤ ਆ ਗਿਆ। ਹੁਣ ਆਪਾਂ ਦੇਖਦੇ ਹਾਂ ਵੀ ਅੱਗੇ ਕੀ ਹੁੰਦਾ ਹੈ। ਜਨਮ ਤਰੀਕ ਦਾ ਬਹੁਤ ਰੌਲਾ ਹੈ ਸਾਰੇ ਗੁਰੂ ਸਾਹਿਬਾਨਾਂ ਦਾ, ਇਹਨਾਂ ਦਾ ਵੀ। ਜ਼ਿਆਦਾਤਰ ਜਿਹੜੇ ਵਿਦਵਾਨ ਨੇ ਪੁਰਾਣੇ 1595 ਡੇਟ ਮੰਨਦੇ ਨੇ, ਪਰ ਭੱਟਵਈਆਂ ਅਤੇ ਉਹਨਾਂ ਤੋਂ ਬਾਅਦ ਜਦੋਂ ਵਿਦਵਾਨਾਂ ਨੇ ਮਹਿੰਦਰ ਸਿੰਘ ਜੋਸ਼, ਦਲਗੀਰ, ਡਾਕਟਰ ਸੰਗਤ ਸਿੰਘ ਵਰਗੇ, ਇਹਨਾਂ ਨੇ ਮੰਨਿਆ ਕਿ 1595 ਨਹੀਂ ਬਲਕਿ 90 ਹੈ, ਜਿਹਦੇ ਨਾਲ ਉਮਰ ਗੁਰਗੱਦੀ ਤੇ ਬਿਰਾਜਮਾਨ ਹੋਣ ਵੇਲੇ 16 ਸਾਲ ਬਣਦੀ ਹੈ ਪਾਤਸ਼ਾਹ ਦੀ। ਸੋ 16 ਸਾਲ ਦੀ ਉਮਰ ਤੱਕ ਇਹਨਾਂ ਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਤੇ, ਔਰ ਮਹਾਰਾਜ ਜਾਣਦੇ ਸੀ ਕਿ ਹੁਣ ਸਮਾਂ ਕਿਹੜਾ ਆ ਰਿਹਾ ਹੈ। ਹੁਣ ਇੱਥੇ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਦੱਸਣ ਲੱਗਿਆ, ਇੱਕ ਵੱਡਾ ਜਿਹੜਾ ਮੋੜ ਆਇਆ ਸੀ ਉਹ ਇਹ ਸੀ ਕਿ ਇਹੋ ਜਿਹੇ ਵੇਲੇ ਦੋ ਤਰ੍ਹਾਂ ਦਾ ਸਮਾਂ ਆ ਸਕਦਾ ਹੈ। ਇੱਕ ਤਾਂ ਇਹ ਆਉਂਦਾ ਕਿ ਚਲੋ ਜੀ ਸਮਾਂ ਕੱਟਦੇ ਹਾਂ, ਜਦੋਂ ਚੰਗਾ ਟਾਈਮ ਆਊਗਾ ਆਪਾਂ ਫੇਰ ਗੱਲ ਕਰਾਂਗੇ, ਪ੍ਰਚਾਰ ਫੇਰ ਕਰਾਂਗੇ। ਇਹਨੂੰ ਕਹਿੰਦੇ ਨੇ ਆਤਮਘਾਤ, ਸੁਸਾਈਡ। ਜੇ ਪਾਤਸ਼ਾਹ ਚੁੱਪ ਕਰਕੇ ਬਹਿ ਜਾਂਦੇ ਤਾਂ ਸ਼ਾਇਦ ਅੱਜ ਸਾਡਾ ਪੰਥ, ਅੱਜ ਸਾਡੀ ਕੌਮ ਹੁੰਦੀ ਨਾ।
ਦੂਜਾ ਸੀ ਕਿ ਹੁਣ ਜ਼ੁਲਮ ਦਾ ਟਾਕਰਾ ਤੇਗ ਦੇ ਨਾਲ ਕਰਾਂਗੇ, ਹੁਣ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ, ਜਿਹੜਾ ਚੜ ਕੇ ਆਊਗਾ ਉਹਨੂੰ ਉਵੇਂ ਹੀ ਟੱਕਰਾਂਗੇ ਜਿਵੇਂ ਆਊਗਾ। ਦੂਜਾ ਤਰੀਕਾ ਹੀ ਅਪਣਾਇਆ ਗੁਰਦੇਵ ਪਾਤਸ਼ਾਹ ਨੇ। ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਧਾਰਨ ਕੀਤੀਆਂ ਨੇ। ਮੀਰੀ ਕੀ ਹੈ ਤੇ ਪੀਰੀ ਕੀ ਹੈ, ਮੈਂ ਥੋੜ੍ਹਾ ਜਿਹਾ ਇਹ ਦੱਸ ਦੇਵਾਂ। ਮੀਰ ਕਹਿੰਦੇ ਨੇ ਬਾਦਸ਼ਾਹ ਨੂੰ। ਕੋਟੀ ਹੂੰ ਪੀਰ ਬਰਜਰ ਆਏ, ਜਦ ਮੀਰ ਸੁਣਿਆ ਧਾਇਆ। ਪੀਰ ਤੇ ਮੀਰ ਦੋਨੋਂ ਲਫ਼ਜ਼ ਆਏ ਨੇ। ਜਦੋਂ ਬਾਬਰ ਚੜ੍ਹ ਕੇ ਆਇਆ ਤਾਂ ਇੱਥੋਂ ਦੇ ਲੋਕਾਂ ਨੇ, ਇੱਥੋਂ ਦੇ ਰਾਜਿਆਂ ਮਹਾਰਾਜਿਆਂ ਨੇ ਪੀਰਾਂ ਨੂੰ ਬੇਨਤੀ ਕੀਤੀ ਕਿ ਬਾਬੇ ਉਹ ਚੜ੍ਹ ਕੇ ਆ ਰਿਹਾ ਮੀਰ, ਜਾਣੀ ਕਿ ਬਾਦਸ਼ਾਹ, ਉਹਦਾ ਕੋਈ ਹੱਲ ਕਰੋ। ਸੋ ਮੀਰ ਕਹਿੰਦੇ ਨੇ ਬਾਦਸ਼ਾਹ ਨੂੰ ਤੇ ਪੀਰ ਕਹਿੰਦੇ ਨੇ ਧਾਰਮਿਕ ਗੁਰੂ ਨੂੰ। ਇੱਥੇ ਦੋਨੋਂ ਅਲੱਗ-ਅਲੱਗ ਸੀ। ਮੀਰ ਬਾਦਸ਼ਾਹਤ ਕਰਦਾ ਸੀ, ਹੁਕਮ ਚਲਾਉਂਦਾ ਸੀ, ਲੋਕਾਂ ਨੂੰ ਗੁਲਾਮ ਕਰਦਾ ਸੀ, ਜ਼ੁਲਮ ਕਰਦਾ ਸੀ, ਇਨਸਾਫ ਨਿਆਂ ਧਰਮ ਉਹਦੇ ਅੰਦਰ ਹੈ ਨਹੀਂ ਸੀ। ਤੇ ਜਿਹੜਾ ਪੀਰ ਸੀ ਉਹ ਬੁਜ਼ਦਿਲ ਸੀ, ਜਾਂ ਤਾਂ ਉਹ ਰਾਜ ਸੀ, ਤਾਕਤ ਦੇ ਵਿੱਚ ਲੋਕਾਂ ਤੇ ਜ਼ੁਲਮ ਕਰ ਸਕਦਾ ਸੀ, ਇਨਸਾਫ ਉਹ ਵੀ ਨਹੀਂ ਦਬਾਉਂਦਾ ਸੀ, ਉਹ ਰਾਜਿਆਂ ਨੂੰ ਉਕਸਾ ਕੇ ਆਪਦਾ ਉੱਲੂ ਸਿੱਧਾ ਕਰਦਾ ਸੀ। ਦੋਨੋਂ ਅਲੱਗ-ਅਲੱਗ ਤੇ, ਪਰ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਇਕੱਠੇ ਸੀ। ਹੁਣ ਜ਼ਾਹਰਾ ਤੌਰ ਤੇ ਆ ਗਏ। ਸਭ ਤੋਂ ਪਹਿਲਾਂ ਕਲਗੀ ਹੈ ਜਿਹੜੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਕਲਗੀਆਂ ਵਾਲਾ ਤਾਂ ਸਾਡੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਉਂਦੀ ਹੈ, ਕਿਉਂਕਿ ਇਤਿਹਾਸਕਾਰਾਂ ਨੇ, ਪ੍ਰਚਾਰਕਾਂ ਨੇ ਇਸ ਢੰਗ ਨਾਲ ਪ੍ਰਚਾਰਿਆ ਵੀ ਕਲਗੀ, ਬਾਜ, ਤਾਜ, ਘੋੜਾ, ਨੀਲਾ, ਇਹ ਸਾਰਾ ਕੁਝ ਦਸ਼ਮੇਸ਼ ਪਿਤਾ ਜੀ ਨੇ ਸ਼ੁਰੂ ਕੀਤਾ, ਜਦੋਂ ਕਿ ਇਹ ਸੱਚਾਈ ਨਹੀਂ। ਇਤਿਹਾਸਕ ਤੌਰ ਤੇ ਸੱਚਾਈ ਇਹ ਹੈ, ਬਾਜ, ਬਾਜਾਂ ਵਾਲੇ ਜਿਹਨੂੰ ਕਹਿ ਸਕਦੇ ਹਾਂ, ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ। ਕਲਗੀ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ। ਚਵਰ ਤਖਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ। ਤੇਗਾਂ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ। ਸ਼ਾਹ ਅਸਵਾਰ ਗੁਰੂ ਹਰਗੋਬਿੰਦ ਸਾਹਿਬ ਨੇ। ਤਖਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ। ਤੇਗ ਦੇ ਧਨੀ ਜਾਂ ਸ਼ਮਸ਼ੀਰ ਦੇ ਜਾਂ ਖੰਡਿਆਂ ਵਾਲੇ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ। ਇੱਥੋਂ ਸ਼ੁਰੂਆਤ ਹੋਈ ਹੈ ਚਵਰ ਤੇ ਤਖਤ ਦੀ, ਉਸ ਤੋਂ ਪਹਿਲਾਂ ਨਹੀਂ ਸੀ। ਹੁਣ ਚੌਰ ਤੇ ਤਖਤ ਕੀ ਹੈ? ਖਾਸ ਕਰ ਆਪਾਂ ਚੌਰ, ਕਿਉਂਕਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚੌਰ ਚੁਲਾਇਆ ਜਾਂਦਾ ਤੇ ਬਹੁਤੇ ਗੁਰਸਿੱਖਾਂ ਨੂੰ ਵੀ ਇਹ ਨਹੀਂ ਪਤਾ ਕਿ ਇਹਦਾ ਮੀਨਿੰਗ ਕੀ ਹੈ। ਤੁਸੀਂ ਕਿਸੇ ਨੂੰ ਕੁਐਸਚਨ ਕਰਕੇ ਦੇਖ ਲਿਓ, ਆਪਦੇ ਆਪ ਵੀ ਅੰਦਰ ਮੈਂ ਹੁਣ ਬੋਲ ਰਿਹਾ, ਸੋਚੋ ਵੀ ਕਿਉਂ ਹੈ। ਸੋ ਆਪਦਾ ਕੁਐਸਚਨ ਤੁਸੀਂ ਲਾ ਲਿਓ ਮੇਰੇ ਨਾਲ ਵੀ ਮਿਲਦਾ ਸੀ ਕਿ ਨਹੀਂ। ਚੌਰ ਹੈ ਜਿਹੜਾ, ਕਈ ਆਮ ਤੌਰ ਤੇ ਜਦੋਂ ਸਵਾਲ ਕਰੀਏ, ਕੋਈ ਤਾਂ ਕਹਿੰਦਾ ਜੀ ਇਹ ਮੱਖੀਆਂ ਝੱਲਣ ਲਈ ਹੈ, ਕੋਈ ਕਹਿੰਦਾ ਹਵਾ ਦੇਣ ਲਈ ਹੈ, ਇਹਨੂੰ ਇੱਥੇ ਤੱਕ ਸੀਮਤ ਕੀਤਾ ਹੋਇਆ ਸੀ ਨੇ। ਨਹੀਂ, ਚੌਰ ਬਾਦਸ਼ਾਹਾਂ ਦੇ ਕੀਤਾ ਜਾਂਦਾ ਹੈ। ਇਸ ਬਾਦਸ਼ਾਹੀ ਦਾ ਪ੍ਰਤੀਕ ਹੈ ਚਵਰ। ਤੁਸੀਂ ਪੁਰਾਣੀਆਂ ਫਿਲਮਾਂ ਰਾਜਿਆਂ ਮਹਾਰਾਜਿਆਂ ਨੇ ਦੇਖਿਆ, ਉਹਦੇ ਪਿੱਛੇ ਚੌਰ ਹੁੰਦਾ ਹੈ। ਚਾਂਦਨੀ ਹੈ ਜਿਹੜੀ ਉੱਪਰ ਲੱਗੀ ਹੋਈ, ਇਹ ਕੋਈ ਧੂੜ ਮਿੱਟੀ ਡਿੱਗਣ ਤੋਂ ਨਹੀਂ ਸੀ ਕਿ ਪਹਿਲਾਂ ਆਪਾਂ ਕੱਚੇ ਕੋਠੇ ਹੁੰਦੇ ਤੇ ਧੂੜ ਮਿੱਟੀ ਨਾ ਡਿੱਗ ਜੇ। ਬਾਦਸ਼ਾਹਾਂ ਦੇ ਉੱਪਰ ਚਾਂਦਨੀ ਲੱਗਦੀ ਸੀ, ਹੋਰ ਕਿਸੇ ਨੂੰ ਹੱਕ ਨਹੀਂ ਸੀ। ਕਲਗੀ ਬਾਦਸ਼ਾਹੀ ਦਾ ਪ੍ਰਤੀਕ ਹੈ। ਇਹ ਜਿੰਨੇ ਬਾਦਸ਼ਾਹੀ ਦੇ ਪ੍ਰਤੀਕ ਸੀ ਇਹ ਆਏ ਨੇ 6ਵੇਂ ਗੁਰਦੇਵ ਪਾਤਸ਼ਾਹ ਦੇ। ਤੇ ਬਾਜ ਇਹ ਵੀ ਉਹਨਾਂ ਵੇਲੇ ਰਾਜੇ ਮਹਾਰਾਜਾ ਹੀ ਰੱਖਦੇ ਸੀ, ਚਾਹੇ ਉਹ ਛੋਟਾ ਰਾਜਾ ਸੀ ਜਾਂ ਵੱਡਾ ਰਾਜਾ ਸੀ। ਇਹ ਵੀ ਇੱਥੋਂ ਚੱਲਿਆ। ਸੋ ਇੱਕ ਵਾਰੀ ਤਾਂ ਸਿੱਖਾਂ ਵਿੱਚ ਵੀ ਜਿਹੜੇ ਡਰਪੋਕ ਕਿਸਮ ਦੇ ਸਾਡੇ ਵਰਗੇ ਹੁੰਦੇ ਆ, ਉਹ ਵੀ ਘਬਰਾ ਗਏ ਵੀ ਆਹ ਬਣ ਕੀ ਗਿਆ। ਗੁਰੂ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ, ਨਾਲ ਆਪਣੇ ਯੋਧਿਆਂ ਨੂੰ ਲੈ ਕੇ ਜਾਂਦੇ। ਗੁਰਦੇਵ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਹੁਣ ਭੇਟਾ ਦੇ ਵਿੱਚ ਸਾਨੂੰ ਸ਼ਸਤਰ ਤੇ ਘੋੜੇ ਦਿੱਤੇ ਜਾਣ। ਜਿਹੜੇ ਸਾਨੂੰ ਘੋੜੇ ਤੇ ਸ਼ਸਤਰ ਭੇਟ ਕਰਨਗੇ, ਗੁਰੂ ਨਾਨਕ ਦੇ ਦਰਬਾਰ ਦੀਆਂ ਖੁਸ਼ੀਆਂ ਵੱਧ ਹੋਣਗੀਆਂ। ਸੋ ਸਿੱਖ ਪਹਿਲੇ ਮੈਂ ਦੱਸ ਚੁੱਕੇ ਹਾਂ ਕਿ ਘੋੜਿਆਂ ਦੇ ਤਕੜੇ ਵਪਾਰੀ ਬਣ ਚੁੱਕੇ ਤੇ ਕਾਬਲ, ਕੰਧਾਰ, ਈਰਾਨ ਤੱਕ ਘੋੜਿਆਂ ਦਾ ਵਪਾਰ ਚੱਲਦਾ ਸੀ। ਸੋ ਗੁਰਦੇਵ ਪਾਤਸ਼ਾਹ ਨੂੰ ਘੋੜੇ ਭੇਟਾ ਹੋਣ ਲੱਗ ਪਏ। ਕੁਛ ਹੀ ਮਹੀਨਿਆਂ ਦੇ ਵਿੱਚ 700-800 ਘੋੜਾ ਗੁਰੂ ਪਾਤਸ਼ਾਹ ਜੀ ਦੇ ਅਸਤਬਲ ਵਿੱਚ ਪਹੁੰਚ ਗਿਆ, ਜਾਣੀ ਕਿ ਨਾਲ ਉਹਨਾਂ ਦੇ ਅਸਵਾਰ, ਜਿਹਦੇ ਕੋਲੇ ਕੁਛ ਨਹੀਂ ਹੁੰਦਾ ਸੀ, ਕਿਉਂਕਿ ਉਦੋਂ ਬਹੁਤਾ ਹੁੰਦਾ ਵੀ ਨਹੀਂ ਸੀ। ਗਿਣਤੀ ਦੇ ਬੰਦੇ ਸੀ ਜਿਨ੍ਹਾਂ ਕੋਲੇ 4 ਪੈਸੇ ਤੇ ਜਿਨ੍ਹਾਂ ਕੋਲੇ ਕੁਛ ਨਹੀਂ ਹੁੰਦਾ ਸੀ ਉਹ ਨੰਗੇ ਧੜ ਆਉਂਦੇ ਪਾਤਸ਼ਾਹ ਕੋਲੇ ਆ ਕੇ ਸਿਰ ਝੁਕਾਉਂਦੇ, ਮਹਾਰਾਜ ਸਾਡੇ ਕੋਲੇ ਕੁਛ ਨਹੀਂ, ਆਹ ਇੱਕ ਸਿਰ ਹੈ, ਆਹ ਦੇਣ ਆਇਆ ਜੀ, ਆਹ ਭੇਟਾ ਕਬੂਲ ਕਰਿਓ। ਤਾਂ ਪਾਤਸ਼ਾਹ ਕਹਿੰਦੇ ਸਭ ਤੋਂ ਵੱਧ ਹੀ ਖੁਸ਼ੀ ਉਹਨਾਂ ਦੇ ਉੱਤੇ ਹੁੰਦੀ ਸੀ ਜਿਹੜੇ ਆਪਾ ਭੇਟ ਕਰਦੇ ਤੇ। ਸਿਰ ਭੇਟ ਕਰਨ ਵਾਲਾ ਛੋਟੀ ਜੀ ਗੱਲ ਨਹੀਂ। ਅਸੀਂ ਤਾਂ ਅੱਜ ਆਪਦੀ ਅਕਲ ਵੀ ਗੁਰੂ ਨੂੰ ਨਹੀਂ ਦੇ ਸਕਦੇ ਕਿ ਮਹਾਰਾਜ ਆਹ ਸਾਡੇ ਵਾਲੀ ਲੈ ਲਓ, ਗੁਰ ਮਤ ਦੇ ਦਿਓ, ਮਨ ਮਤ
ਅਸੀਂ ਤੁਹਾਡੇ ਚਰਨਾਂ 'ਚ ਰੱਖ ਰਹੇ ਹਾਂ। ਅਸੀਂ ਤਾਂ ਉਹ ਨਹੀਂ ਕਰ ਸਕਦੇ, ਉਹ ਸਿਰ ਦਿੰਦੇ ਤੇ ਆ ਕੇ, ਕਿਉਂਕਿ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਗੁਰੂ ਤੇ ਕਿ ਸਾਡਾ ਗੁਰੂ ਸਾਨੂੰ ਸਹੀ ਮਾਰਗ ਤੇ ਲੈ ਕੇ ਜਾ ਰਿਹਾ, ਸਾਨੂੰ ਇੱਕ ਦਿਨ ਆਜ਼ਾਦੀ ਮਿਲੂਗੀ, ਇਸ ਜ਼ੁਲਮ ਨੂੰ ਅਸੀਂ ਖਤਮ ਕਰਾਂਗੇ। ਆਹ ਜਿਹੜੀ ਅੱਗ ਦਾ ਭਾਂਬੜ ਬਾਲਿਆ ਨਾ ਸਾਡੇ ਥੱਲੇ, ਅਸੀਂ ਇਸ ਅੱਗ ਦੇ ਭਾਂਬੜ 'ਚੋਂ ਕੁੰਦਨ ਬਣ ਕੇ ਨਿਕਲਾਂਗੇ। ਇੰਨਾ ਕੁ ਭਰੋਸਾ ਸੀ ਆਪਦੇ ਗੁਰੂ ਤੇ, ਪਾਤਸ਼ਾਹ ਤੇ, ਗੁਰੂ ਨਾਨਕ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਇੰਨਾ ਕੁ ਸਫ਼ਰ ਹੋ ਚੁੱਕਿਆ ਸੀ ਕਿ ਉਹ ਅਕੀਦਾ ਨਹੀਂ ਹੁਣ ਉਹਨਾਂ ਦਾ ਡੋਲਦਾ ਸੀ। ਤਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬਿਰਾਜਮਾਨ ਨੇ ਔਰ ਚਾਰੇ ਪਾਸੇ ਡੰਕੇ ਵੱਜ ਗਏ, ਨਗਾਰਾ, ਇਹ ਰਹਿ ਗਈ ਸੀ ਗੱਲ ਦੱਸਣੀ, ਨਿਸ਼ਾਨ ਸਾਹਿਬ ਔਰ ਨਗਾਰਾ ਇਹ ਵੀ ਸ਼ਾਮਲ ਹੋ ਚੁੱਕੇ ਆ ਹੁਣ ਸਿੱਖ ਪੰਥ ਕੋਲੇ। ਸਿੱਖ ਇੱਕ ਵੱਖਰੀ ਕੌਮ ਦੇ ਰੂਪ 'ਚ ਸਾਹਮਣੇ ਆ ਗਈ। ਉਹਨਾਂ ਦਾ ਆਪਣਾ ਕੇਂਦਰੀ ਸਥਾਨ, ਆਪਣਾ ਨਿਸ਼ਾਨ ਸਾਹਿਬ, ਨਗਾਰਾ, ਆਪਣਾ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਇਹ ਸਾਹਮਣੇ ਆ ਚੁੱਕੇ ਨੇ। ਹੁਣ ਦੀਵਾਨ ਸਜਦੇ ਨੇ, ਗੁਰੂ ਪਾਤਸ਼ਾਹ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ, ਫੈਸਲੇ ਗੁਰੂ ਪਾਤਸ਼ਾਹ ਕਰਦੇ ਨੇ। ਹੁਣ ਉਹਨਾਂ ਦੇ ਝਗੜੇ ਉੱਥੇ ਨਿਬੇੜੇ ਜਾਂਦੇ ਨੇ, ਪੰਚਾਇਤਾਂ ਬਣ ਗਈਆਂ। ਔਰ 52 ਅੰਗ ਰੱਖਿਅਕ, ਜੋ ਇਤਿਹਾਸ 'ਚ ਲਿਖਿਆ ਮਿਲਦਾ ਹੈ, 52 ਯੋਧੇ ਅੰਗ ਰੱਖਿਅਕ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਸ਼ੇਰਾਂ ਵਰਗੇ ਰਹਿੰਦੇ ਸੀ। ਸੋਚ ਕੇ ਦੇਖੋ ਨਜ਼ਾਰਾ ਕਿਹੋ ਜਿਹਾ ਹੋਊ। ਔਰ ਜਿਹੜੇ ਆਏ ਹੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਜਿਹੜੇ ਸਿਰ ਤਲੀਆਂ ਤੇ ਧਰ ਕੇ ਆਏ ਤੇ ਉਹ ਆਏ ਨੇ, ਉਹੀ ਨਹੀਂ ਆਏ ਵੀ ਚਲੋ ਜੀ ਗੁਰੂ ਕੋਲੇ ਚੱਲਦੇ ਹਾਂ। ਪਤਾ ਹੈ ਵੀ ਹੁਣ ਮੌਤ ਹੈ, ਉਹ ਤੱਤੀ ਤਵੀ ਦਿਸਦੀ ਸੀ ਉਹਨਾਂ ਨੂੰ ਵੀ ਸਾਡੀ ਵੀ ਉਹੀ ਆ। ਉਹ ਫਿਰ ਇਹ ਸੋਚਦੇ ਸੀ ਇਹੋ ਜਿਹੀ ਜ਼ਿੰਦਗੀ ਨਾਲੋਂ ਮਰਨਾ ਵਧੀਆ ਯਾਰ, ਮਰ ਜਾਗੇ ਹੁਣ, ਜਿਉਂਦੇ ਨਹੀਂ। ਸਾਡੇ ਬਾਪ ਨੂੰ ਜਦੋਂ ਆਹ ਹਾਲਤ ਕਰੀ ਹੈ ਤਾਂ ਹੁਣ ਜਿਉਣ ਦਾ ਫਾਇਦਾ ਕੀ ਹੈ? ਆਹ ਜ਼ਿੰਦਗੀ ਹੈ ਕੋਈ ਸਾਡੀ? ਤੇ ਗੁਰਦੇਵ ਪਾਤਸ਼ਾਹ ਜੀ ਦੇ ਉਹੀ ਜਿਹੜੇ ਯੋਧੇ ਸੀ 52, ਉਹ ਨਵੇਂ ਆਏ ਹੋਏ ਫੌਜੀ ਸਿੱਖ ਜਿਹੜੇ ਭੇਟਾ ਕਰਦੇ ਸੀ ਆਪਣੀਆਂ ਜਵਾਨੀਆਂ, ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ, ਉਹਨਾਂ ਦੀ ਤਿਆਰੀ ਕਰਾਉਂਦੇ ਸੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਗੁਰਮਤ ਦੀ ਸਿੱਖਿਆ ਔਰ ਨਾਲ ਸ਼ਸਤਰ ਟ੍ਰੇਨਿੰਗ ਬੀੜ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਂਦੀ ਸੀ। ਘੋੜ ਸਵਾਰ, ਹਥਿਆਰ, ਇਹ ਸਾਰਾ ਕੁਛ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ। ਤੇ ਗੁਰਦੇਵ ਪਾਤਸ਼ਾਹ ਕਦੇ ਸ਼ਿਕਾਰ ਖੇਡਣ ਲੈ ਜਾਂਦੇ ਨੇ ਉਹਨਾਂ ਨੂੰ, ਕਿਉਂਕਿ ਜੰਗੀ ਕਰਤੱਵ ਇਹ ਵੀ ਪਾਬੰਦੀ ਸੀ ਬਾਦਸ਼ਾਹ ਵੱਲੋਂ। ਸਿਰਫ ਜਿਨ੍ਹਾਂ ਨੂੰ ਬਾਦਸ਼ਾਹ ਮਨਜ਼ੂਰੀ ਦਿੰਦਾ ਸੀ, ਛੋਟੇ ਮੋਟੇ ਰਾਜੇ, ਬਾਦਸ਼ਾਹ ਦੇ ਖਾਸ ਬੰਦੇ, ਵਜ਼ੀਰ, ਉਹਦੇ ਸੂਬੇਦਾਰ, ਜਿਨ੍ਹਾਂ ਨੂੰ ਬਾਦਸ਼ਾਹ ਪਰਮਿਸ਼ਨ ਦਿੰਦਾ ਸੀ, ਸ਼ਿਕਾਰ ਉਹ ਖੇਡ ਸਕਦਾ ਸੀ। ਘੋੜੇ ਦੀ ਸਵਾਰੀ ਕਰਨਾ ਸਭ ਲਈ ਮਨਾ ਸੀ, ਸਿਵਾਏ ਬਾਦਸ਼ਾਹ ਦੇ ਖਾਸ ਬੰਦਿਆਂ ਤੋਂ। ਖੱਚਰਾਂ ਤੇ ਗਧਿਆਂ ਦੀ ਸਵਾਰੀ ਕਰ ਸਕਦੇ ਸੀ। ਚੰਗਾ ਕੱਪੜਾ, ਖਾਸ ਕਰ ਬਾਦਸ਼ਾਹ ਵਾਲਾ, ਉਹ ਤਾਂ ਕੋਈ ਪਾ ਨਹੀਂ ਸਕਦਾ ਸੀ। ਮਹਾਰਾਜਾ ਨੇ ਉਹਨਾਂ ਵਾਲੇ ਕੱਪੜੇ ਪਾਏ। ਸਿੱਧਾ ਚੈਲੰਜ ਸੀ ਉਹ, ਇਹ ਨਹੀਂ ਕਿ ਉਹਨਾਂ ਨੂੰ ਸ਼ੌਂਕ ਸੀ ਬਾਦਸ਼ਾਹ ਬਣਨ ਦਾ। ਉਹ ਕਹਿੰਦੇ ਤੂੰ ਹੁੰਦਾ ਕੌਣ ਆ ਯਾਰ ਰੋਕਣ ਵਾਲਾ? ਤੂੰ ਦੱਸੇਗਾ ਸਾਨੂੰ ਮੈਂ ਕੀ ਪਾਉਣਾ ਕੀ ਨਹੀਂ ਪਾਉਣਾ? ਤੂੰ ਕੌਣ ਹੈ? ਅਸੀਂ ਨਹੀਂ ਤੈਨੂੰ ਮੰਨਦੇ। ਤਾਂ ਹੀ ਤਾਂ ਉਹਨੇ ਸੱਤੇ ਬਲਵੰਡ ਨੇ, ਅਬਦੁੱਲ ਤੇ ਨੱਥਮੱਲ ਜੀ ਨੇ ਜਿਹੜੀ ਵਾਰ ਲਿਖੀ ਹੈ, ਮੈਂ ਸਾਂਝ ਕੀਤੀ ਸੀ ਨਾ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਉਹ ਕੀ ਜਹਾਂਗੀਰ ਦੀ। ਅਸੀਂ ਨਹੀਂ ਪਰਵਾਹ ਕਰਦੇ ਜਹਾਂਗੀਰ ਦੀ, ਸਾਡੇ ਸਰਦਾਰ ਦੀ ਇਹਦੀ ਪੱਗ ਹੈ ਜਿਹੜੀ ਸ਼ਾਨ ਦੀ, ਇਹਦੀ ਕਲਗੀ ਹੈ ਜਿਹੜੀ ਸ਼ਾਨ ਦੀ। ਸਾਡੇ ਲਈ ਕੁਛ ਨਹੀਂ, ਕੋਈ ਜਹਾਂਗੀਰ ਨਹੀਂ, ਮਤਲਬ ਨਕਾਰਦਾ। ਪਰ ਇਹ ਨਕਾਰਨਾ ਵਕਤੀ ਨਹੀਂ ਤੀ, ਬੜੀ ਲੰਮਾ ਸੰਘਰਸ਼ ਸੀ ਇਹਦੇ ਪਿੱਛੇ। 5 ਪੀੜ੍ਹੀਆਂ ਗੁਰੂ ਪਾਤਸ਼ਾਹ ਦੀਆਂ ਲੱਗ ਚੁੱਕੀਆਂ ਨੇ, 6ਵੀਂ ਹੈ। ਸੋ ਸਿੱਖਾਂ ਦੇ ਮੰਦਰ ਵੀ ਕਈਆਂ ਦੇ ਸ਼ੰਕੇ ਹੋ ਗਏ, ਕਹਿੰਦੇ ਯਾ ਕਿਹੜਾ ਰਾਹ ਚੱਲ ਪਿਆ, ਕਿਸ ਰਾਹ ਤੇ ਗੁਰੂ ਪਾਤਸ਼ਾਹ ਚੱਲ ਪਏ ਨੇ। ਮੈਂ ਪੌੜੀ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਜਦੋਂ ਗੁਰੂ ਪਾਤਸ਼ਾਹ ਨੂੰ ਇਸ ਰਾਹ ਤੇ ਚੱਲਦਿਆਂ ਦੇਖਿਆ ਵੀ ਕੁੱਤੇ ਰੱਖ, ਪਹਿਲਾਂ ਤਾਂ 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਦਲ ਭੰਜਨ ਗੁਰ ਸੂਰਮਾ, ਸੋ ਬਹੁਤ ਮਤਲਬ
ਚੜ੍ਹਦੀ ਕਲਾ ਨਾਲ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਘਬਰਾਓ ਨਾ, ਉਹੀ ਰਾਹ ਹੈ ਜਿਹੜਾ ਗੁਰੂਆਂ ਨੇ ਚਲਾਇਆ ਹੈ। ਕਹਿੰਦੇ ਜੀ ਉਹ ਕਿਵੇਂ ਹੈ? ਕਹਿੰਦੇ ਖੇਤੀ ਬਾਗ ਜਿਉਂ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ। ਖੇਤ ਨੂੰ ਜਾਨਵਰਾਂ ਤੋਂ ਬਚਾਉਣ ਲਈ ਅਸੀਂ ਢਿੰਗਰਾਂ ਦੀ ਜਾਣੀ ਕਿ ਝਾੜੀਆਂ ਦੀ ਬਾੜ ਕਰਦੇ ਹਾਂ। ਖੇਤੀ ਬਾੜ ਜਿਉਂ ਢਿੰਗਰੀ, ਕਿੱਕਰ ਦਾ ਦਰਖਤ ਕੰਡਿਆਲਾ ਹੁੰਦਾ, ਵੱਡੇ ਜਾਨਵਰਾਂ ਤੋਂ ਬਚਾਉਣ ਲਈ ਬਾਗ ਨੂੰ ਆਲੇ ਦੁਆਲੇ, ਪੁਰਾਣੇ ਸਮੇਂ 'ਚ ਹੁਣ ਤਾਂ ਉਹ ਵੱਡੇ ਹਾਥੀ ਵਗੈਰਾ ਜਾਨਵਰ ਹੀ ਨਹੀਂ ਰਹੇ, ਆਲੇ ਦੁਆਲੇ ਕਿੱਕਰਾਂ ਦੇ ਦਰਖਤ ਲਾਏ ਜਾਂਦੇ ਤੇ ਤਾਂ ਕਿ ਕੋਈ ਜਾਨਵਰ ਕੰਡਿਆਂ ਦੇ ਵਿੱਚ ਦੀ ਅੰਦਰ ਲੰਘ ਨਾ ਸਕੇ, ਚਾਹੇ ਛੋਟੀਆਂ ਕਿੱਕਰਾਂ ਚਾਹੇ ਵੱਡੀਆਂ ਕਿੱਕਰਾਂ। ਖੇਤੀ ਬਾੜ ਜਿਉਂ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ। ਸੱਪ ਲਪੇਟੈ ਚੰਨਣੈ, ਚੰਦਨ ਦੇ ਦਰਖਤ ਦੀ ਰਾਖੀ ਕਰਨ ਦੇ ਲਈ ਕੁਦਰਤ ਨੇ ਸੱਪ ਉਹਦੇ ਆਲੇ ਦੁਆਲੇ ਬਿਠਾਤੇ। ਹੁਣ ਇਹਦੇ 'ਚ ਇਹ ਨਹੀਂ ਹੈ ਕਿ ਕੋਈ ਇਹ ਕਰਾਮਾਤ ਹੈ, ਸੱਪ ਠੰਡਕ ਭਾਲਦਾ ਤੇ ਚੰਦਨ ਦਾ ਦਰਖਤ ਠੰਡਾ ਹੁੰਦਾ ਤਾਂ ਉਹ ਤਾਂ ਕਰਕੇ ਉਹਦੇ ਤੇ ਲਿਪਟਿਆ ਰਹਿੰਦਾ। ਉਹਦੇ ਨਾਲ ਚੰਦਨ ਦੇ ਦਰਖਤ ਨੂੰ ਸਿਕਿਉਰਿਟੀ ਮਿਲ ਗਈ ਕਿਉਂਕਿ ਉਹ ਬੜਾ ਕੀਮਤੀ ਹੈ। ਸੱਪ ਲਪੇਟੈ ਚੰਨਣੈ, ਬੂਹੇ ਜੰਦਰਾ ਕੁੱਤਾ ਜਾਗੈ। ਘਰ ਦੀ ਰਾਖੀ ਲਈ ਬੂਹੇ ਤੇ ਜੰਦਰਾ ਲਾਉਂਦੇ ਹਾਂ ਅਸੀਂ ਤੇ ਕੁੱਤੇ ਪਾਲਦੇ ਹਾਂ। ਸੋ ਇਸੇ ਲਈ ਉਹਨੇ ਦੱਸਿਆ ਕਿ ਗੁਰੂ ਪਾਤਸ਼ਾਹ ਕਿਸੇ ਗਲਤ ਰਾਹ ਤੇ ਨਹੀਂ, ਹੁਣ ਸਾਡੀ ਹੋਂਦ ਨੂੰ ਬਚਾਉਣ ਲਈ, ਸਾਡੀ ਕੌਮ ਨੂੰ ਬਚਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਜਿਹੜੀਆਂ ਤੇਗਾਂ ਧਾਰਨ ਕੀਤੀਆਂ ਨੇ ਉਹ ਸਿੱਖੀ ਦਾ ਹੀ ਅੰਗ ਨੇ। ਗੁਰੂ ਨਾਨਕ ਪਾਤਸ਼ਾਹ ਦੇ ਆਦੇਸ਼ ਮੁਤਾਬਕ ਹੀ ਇਹ। ਸੋ ਉਹ ਰਾਹ ਸੀ ਜਿਹੜਾ ਹੁਣ ਚੱਲ ਪਿਆ। ਗੁਰਦੇਵ ਪਾਤਸ਼ਾਹ ਤਿਆਰੀ ਕਰ ਰਹੇ ਨੇ, ਡਰੌਲੀ ਲੰਘ ਗਏ ਉਸ ਏਰੀਏ ਨੂੰ ਛੱਡ ਕੇ, ਕਿਉਂਕਿ ਪਤਾ ਸੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਦੀ ਨਿਗਾਹ ਸੀ ਗੱਦੀ ਤੇ ਵੀ ਹੁਣ ਕੀ ਬਣਨਾ। ਉਹਦੇ ਕੁਝ ਵੀ ਸਮਝਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਅੰਮ੍ਰਿਤਸਰੋਂ ਡਰੌਲੀ ਜਾਣੀ ਕਿ ਜੰਗਲ ਦਾ ਏਰੀਆ ਸੀ ਜਿਹੜਾ ਉਧਰ ਨੂੰ ਲੰਘ ਗਏ, ਜੰਗਲੀ ਏਰੀਏ 'ਚ। ਔਰ ਮੈਂ ਸਾਂਝ ਕੀਤੀ ਸੀ ਮੁਰਤਜ਼ਾ ਖਾਨ ਤੇ ਸ਼ੇਖ ਅਹਿਮਦ ਸਰਹੰਦੀ ਦੀ, ਜਿਹੜਾ ਕਿ ਨਕਸ਼ਬੰਦੀ ਫਿਰਕੇ ਨਾਲ ਸੰਬੰਧਿਤ ਹੈ। ਉਹਦੀਆਂ ਚਿੱਠੀਆਂ ਜਿਹੜੀਆਂ ਫਰੀਦ ਬੁਖਾਰੀ ਨੂੰ ਜਾਣੀ ਕਿ ਜਹਾਂਗੀਰ ਦੇ ਜਰਨੈਲ ਨੂੰ ਲਿਖੀਆਂ ਨੇ, ਉਹਦੇ ਵਿੱਚ ਉਹ ਲਿਖਦਾ, ਕਹਿੰਦਾ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ, ਕਾਫਰਾਂ ਦਾ ਸਿਰ ਕੁਚਲ ਦਿੱਤਾ ਗਿਆ ਹੈ। ਰਾਤੀ ਕਹਿੰਦਾ ਮੈਨੂੰ ਸੁਪਨਾ ਵੀ ਆਇਆ ਸੀ ਕਿ ਜਿਵੇਂ ਖੁਦਾ ਨੇ ਖੁਦ ਇੱਕ ਬਹੁਤ ਵੱਡੇ ਨਾਗ ਨੂੰ ਆਪਣੇ ਪੈਰਾਂ ਦੇ ਨਾਲ ਮਸਲ ਦਿੱਤਾ ਹੈ। ਸੋ ਅੱਜ ਇਸਲਾਮ ਨੂੰ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਬਹੁਤ ਵੱਡੀਆਂ ਮੁਬਾਰਕਾਂ, ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਾਂ ਕਾਫਰਾਂ ਦੇ ਗੁਰੂ ਅਰਜਨ ਨੂੰ ਖਤਮ ਕਰਨ ਵਿੱਚ ਕਾਮਯਾਬ ਹੋਏ ਹਾਂ। ਇਹ ਉਹਦਾ ਚਿੱਠੀ ਮੁਰਤਜ਼ਾ ਖਾਨ ਫਰੀਦ ਬੁਖਾਰੀ, ਜਹਾਂਗੀਰ ਦਾ ਚੇਲਾ, ਜਹਾਂਗੀਰ ਦੀਆਂ ਫੌਜਾਂ ਦਾ ਜਰਨੈਲ ਹੈ, ਉਹਨੂੰ ਲਿਖੀ ਹੋਈ ਹੈ। ਔਰ ਬਹੁਤ ਸਾਰੇ ਲੈਟਰ ਨੇ ਉਹਦੇ, ਇੱਕ ਨਹੀਂ, ਬਾਰ-ਬਾਰ ਉਹਨੂੰ ਪ੍ਰੇਰਦਾ ਹੈ ਹੁਣ ਤੁਸੀਂ ਮੰਦਰ ਤੋੜੋ, ਹੁਣ ਮੂਰਤੀਆਂ ਤੋੜੋ। ਇਹ ਸਾਰੀਆਂ ਪ੍ਰੇਰਨਾ ਦੇ ਕੇ ਉਹਦੀਆਂ ਚਿੱਠੀਆਂ ਮੌਜੂਦ ਨੇ, ਉਹਨਾਂ ਦੇ ਉਤਾਰੇ ਮਿਲਦੇ ਨੇ। ਸੋ ਇਹਦੇ ਵਿੱਚ ਉਹਨੇ ਉਹ ਵੀ ਲਿਖਿਆ ਤੇ ਗੁਰੂ ਪਾਤਸ਼ਾਹ ਜਾਣਦੇ ਨੇ ਆਉਣ ਵਾਲੇ ਸਮੇਂ 'ਚ ਵੀ ਕੀ ਬਣਨਾ। ਸੋ ਉੱਥੋਂ ਉਹ ਦੂਰ ਲੰਘ ਗਏ ਤਾਂ ਜਹਾਂਗੀਰ ਨੂੰ, ਕਿਉਂਕਿ ਉਹਨੂੰ ਪਤਾ ਸੀ ਕਿ ਬਗਾਵਤ, ਪਹਿਲਾਂ ਤਾਂ ਉਹ ਵੀ ਗੱਦੀ ਤੇ ਹਲੇ ਤਾਜ਼ਾ ਬੈਠਾ ਹੈ, ਰਾਜ ਮਹਿਲ ਦੇ ਅੰਦਰ ਹੀ ਬਗਾਵਤਾਂ ਚੱਲ ਰਹੀਆਂ ਨੇ, ਰਾਜਿਆਂ ਨੂੰ ਕਿਹੜਾ ਟਿੱਕੇ ਬੈਠਣ ਦਿੰਦੇ ਸੀ ਘਰ ਦੇ। ਤਾਂ ਉਹ ਆਪਣੀ ਘਰੇਲੂ ਪਰੇਸ਼ਾਨੀ ਤੋਂ ਵੀ ਪਰੇਸ਼ਾਨ ਹੈ, ਆਲੇ ਦੁਆਲੇ ਵੀ ਬਗਾਵਤਾਂ ਦੇ ਦੌਰ ਨੇ, ਤੇ ਉਹਨੇ ਇਹ ਵੀ ਦੇਖ ਲਿਆ ਕਿ ਗੁਰੂ ਦੀ ਜੋ ਸਿੱਖਿਆ ਨਾਲ ਆਲੇ ਦੁਆਲੇ ਇਲਾਕੇ ਦੇ ਵਿੱਚ ਸਿੱਖੀ ਫੈਲੀ ਆ, ਉਹ ਸਿੱਖ ਵੀ ਰੋਸ 'ਚ ਨੇ, ਉਹ ਕਦੇ ਵੀ ਭੜਕ ਸਕਦੇ ਨੇ। ਸੋ ਉਹਨੇ ਇਹ ਸਮੇਂ ਨੂੰ ਵਿਚਾਰਨ ਦੇ ਲਈ ਸ਼ੇਖ ਮੁਰਤਜ਼ਾ ਖਾਨ ਨੂੰ ਇੱਥੋਂ ਬਦਲ ਕੇ ਦੂਰ ਭੇਜ ਦਿੱਤਾ ਤੇ ਇੱਥੇ ਦੂਜਾ ਜਰਨੈਲ ਆ ਜਾਂਦਾ ਜਿਹੜਾ ਅਯਾਸ਼ ਕਿਸਮ ਦਾ ਸੀ, ਜਿਹਨੇ ਬਹੁਤਾ ਧਿਆਨ ਨਹੀਂ ਦਿੱਤਾ। ਸਾਲ ਡੇਢ ਸਾਲ ਗੁਰੂ ਘਰ ਨੂੰ ਸੁਖਾਵਾਂ ਮਾਹੌਲ ਮਿਲ ਗਿਆ, ਗੁਰੂ ਜੀ ਉਸ ਪਾਸੇ ਪ੍ਰਚਾਰ ਕਰਦੇ ਰਹੇ ਤੇ ਤਿਆਰੀ ਕਰਦੇ ਰਹੇ। ਸੋ ਸਮਾਂ ਬੀਤਦਾ ਗਿਆ। ਹੁਣ ਗੁਰੂ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਨੇ, ਕਿਉਂਕਿ ਉਸ ਸਮੇਂ ਨੂੰ ਸਕਾਰਤ ਕੀਤਾ, ਪ੍ਰਚਾਰਕ ਦੌਰੇ ਕੀਤੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਦੂਰ ਤੱਕ ਪ੍ਰਚਾਰ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ। ਕਈ ਇਤਿਹਾਸਕਾਰ ਤਾਂ ਇੱਥੋਂ ਤੱਕ ਲਿਖਦੇ ਨੇ ਕਿ ਉਹ ਚੀਨ ਤੱਕ ਗਏ ਨੇ। ਗੋਰਖ ਮੱਤਾ, ਜਿੱਥੇ ਗੁਰੂ ਨਾਨਕ ਸਾਹਿਬ ਗਏ ਤੇ ਉਹਦੇ ਗੋਰਖ ਦੇ ਚੇਲਿਆਂ ਨਾਲ ਗੱਲ ਕੀਤੀ, ਉਹ ਨਾਨਕ ਮੱਤਾ ਬਣ ਗਿਆ ਸੀ, ਪਰ ਉਸ ਤੋਂ ਬਾਅਦ ਕੋਈ ਗੁਰੂ ਜਾ ਨਹੀਂ ਸਕਿਆ। ਤਾਂ ਉਸ ਕਰਕੇ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਉਸ ਯਾਦਗਾਰ ਨੂੰ ਮਿਟਾ ਕੇ ਦੁਬਾਰੇ ਗੋਰਖ ਮੱਤਾ ਫੇਰ ਕਰ ਲਿਆ ਸੀ। ਫਿਰ 6ਵੇਂ ਗੁਰੂ ਜਦੋਂ ਆਪਦੇ ਸ਼ਾਹੀ ਲਸ਼ਕਰ ਦੇ ਨਾਲ ਗਏ ਨੇ ਤਾਂ ਦੁਬਾਰੇ ਫੇਰ ਉੱਥੇ ਉਹੀ ਸਥਾਪਿਤ ਕਰਕੇ ਆਏ ਨੇ ਨਾਨਕ ਮੱਤਾ। ਦਿੱਲੀ ਵਾਲਾ ਜਿਹੜਾ ਗੁਰਦੁਆਰਾ ਮਜਨੂ ਕਾ ਟਿੱਲਾ ਹੈ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਵਿਸ਼ਰਾਮ ਕੀਤਾ ਸੀ, ਕਾਫੀ ਚਿਰ ਉੱਥੇ ਰਹੇ ਨੇ, ਪ੍ਰਚਾਰ ਵੀ ਕੀਤਾ ਹੈ। ਸੋ ਲੰਮਾ ਸਮਾਂ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ, ਫੌਜਾਂ ਦੀ ਤਿਆਰੀ ਹੋਈ, ਭਾਈ ਬਿਧੀ ਚੰਦ ਵਰਗੇ ਸੂਰਮੇ ਆ ਚੁੱਕੇ ਨੇ।
ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ, ਭੱਟ ਮਥਰਾ ਜੀ, ਭੰਨ ਮਥਰਾ ਕਿਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਲਿਖਣ ਵਾਲੇ ਭੱਟ ਮਥਰਾ ਜੀ ਯੋਧਿਆਂ 'ਚ ਸ਼ਾਮਲ ਨੇ, ਫੌਜਾਂ ਦੇ ਕਮਾਂਡਰ ਨੇ ਉਹ ਵੀ ਉੱਥੇ, ਉਹ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਭੱਟ ਮਥਰਾ ਜੀ ਔਰ ਦੂਸਰੇ ਭੱਟ ਦਾ ਮੇਰੇ ਨਾਮ ਦਿਮਾਗ 'ਚੋਂ ਸਕਿਪ ਕਰ ਗਿਆ, ਇਹ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਨੇ। ਉਹ ਯੋਧੇ ਨੇ ਜਿਹੜੇ ਕਦੇ ਲੱਭਦੇ ਫਿਰਦੇ ਸੀ ਸੱਚੇ ਸੰਤਾਂ ਨੂੰ ਕਿ ਮਹਾਂਪੁਰਸ਼ ਤਾਂ ਇਹੋ ਜਿਹੇ ਹੁੰਦੇ ਨੇ, ਜਦੋਂ ਇਸ ਥਾਂ ਨੂੰ ਆ ਕੇ ਦੇਖਿਆ। ਇਹ ਵੀ ਪੰਡਤ ਸੀਗੇ ਭੰਨ ਮਥਰਾ ਜੀ। ਮੈਂ ਤਾਂ ਦੱਸ ਰਿਹਾ ਕਿ ਸਿੱਖ ਕੌਮ ਦਾ ਜਾਂ ਗੁਰੂ ਸਾਹਿਬਾਨਾਂ ਦਾ ਕਿਸੇ ਧਰਮ ਜਾਂ ਜਾਤ ਸਪੈਸ਼ਲ ਨਾਲ ਕੋਈ ਰੌਲਾ ਨਹੀਂ। ਤਾਂ ਗੁਰੂ ਦੇ ਨਾਮ ਤੇ ਜਦੋਂ ਦੇਖਿਆ ਵੀ ਆਹ ਗੁਰੂ ਪਾਤਸ਼ਾਹ ਤਾਂ ਆਹ ਕੰਮ ਹੈ ਅਸਲ, ਅਸੀਂ ਤਾਂ ਉਹੀ ਫਿਰਾਂਗੇ ਅੱਖਾਂ ਮੀਚ ਕੇ ਭਗਤੀਆਂ ਕਰਦੇ। ਅੱਖਾਂ ਖੋਲਣ ਲਾਤਾ ਗੁਰੂ ਨੇ, ਕਹਿੰਦੇ ਹੁਣ ਅੱਖਾਂ ਮੀਚਣ ਦਾ ਟਾਈਮ ਨਹੀਂ, ਖੋਲ ਨਿਸ਼ਾਨਾ ਦੇ ਕਿੱਥੇ ਲੱਗੂਗਾ। ਹੁਣ ਦੇਖ ਹੋ ਕੀ ਰਿਹਾ, ਤੇਰੇ ਸਾਹਮਣੇ ਹੋ ਚੁੱਕੇ ਹੈ, ਤੱਤੀਆਂ ਤਵੀਆਂ ਤੇ ਰਾੜ ਦਿੱਤਾ ਗਿਆ ਪੰਚਮ ਪਾਤਸ਼ਾਹ ਨੂੰ। ਹਲੇ ਵੀ ਅੱਖਾਂ ਮੀਚਣ ਦਾ ਸਮਾਂ, ਹੁਣ ਤਾਂ ਖੋਲ ਲਓ, ਅੱਖਾਂ ਖੋਲਣ ਦਾ ਟਾਈਮ ਆ ਗਿਆ। ਔਰ ਅੱਖਾਂ ਖੋਲਣ ਲਈ ਉਹ ਤਵੀ ਤੇ ਬੈਠੇ ਨੇ। ਹੁਣ ਮੈਂ ਅੱਖਾਂ ਖੋਲ ਕੇ ਤੁਹਾਨੂੰ ਨਿਸ਼ਾਨੇ ਲਾਉਣੇ ਦੱਸੂਗਾ ਵੀ ਕਿੱਥੇ ਲਾਉਣੇ ਨੇ। ਹੁਣ ਉਹਨਾਂ ਸਿਰਾਂ ਤੇ ਨਿਸ਼ਾਨੇ ਲੱਗਣਗੇ ਜਿਹੜੇ ਜ਼ੁਲਮ ਕਰਦੇ ਨੇ। ਸੋ ਸੰਖੇਪ ਥੋੜ੍ਹਾ ਜਿਹਾ ਮੈਂ ਫਿਰ ਕਰਦਾ ਕਿਉਂਕਿ ਕਾਫੀ ਹੋ ਗਿਆ। 4 ਜੰਗਾਂ ਲੜੀਆਂ ਨੇ ਪਾਤਸ਼ਾਹ ਨੇ। ਪਹਿਲਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ, ਜਹਾਂਗੀਰ ਗੱਲਬਾਤ ਕਰਨ ਲਈ ਬੁਲਾਉਂਦਾ ਹੈ। ਹੁਣ ਇੱਥੇ ਇੱਕ ਸ਼ੁਰੂਆਤ ਹੁੰਦੀ ਹੈ। ਮੈਂ ਇਹ ਦੱਸ ਦੇਵਾਂ ਕਿ ਸਾਰੇ ਗੁਰੂ ਜਾਮਿਆਂ ਦੇ ਵਿੱਚੋਂ, ਕਿਉਂਕਿ 10 ਗੁਰੂ ਨਾਨਕ ਨੇ ਸਾਡੇ ਲਈ, ਸਰੀਰ ਚੇਂਜ ਹੋਏ ਨੇ। ਇਹ ਵੀ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਸਰੀਰ ਬਦਲਿਆ, ਜੋਤ ਜਾਣੀ ਕਿ ਉਹ ਕੰਮ, ਉਹ ਸਿੱਖਿਆ ਉਹ ਨਹੀਂ ਬਦਲੀ। ਸਰੀਰ ਚੇਂਜ ਹੋਏ ਨੇ। ਸਰੀਰ ਅੱਜ ਵੀ ਚੇਂਜ ਹੈ। ਅੱਜ ਸਰੀਰ ਗੁਰੂ ਗ੍ਰੰਥ ਸਾਹਿਬ ਜੀ ਹੈ। ਇਹ ਆਪਾਂ ਅੱਗੇ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਫਿਜ਼ੀਕਲੀ ਤੌਰ ਤੇ 10 ਗੁਰੂ ਜਾਮਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਤਾਕਤਵਰ ਮੰਨਿਆ ਗਿਆ ਇਤਿਹਾਸਕਾਰਾਂ ਨੇ। ਘੋੜਾ ਵੀ 6 ਮਹੀਨਿਆਂ ਤੋਂ ਬਹੁਤਾ ਟਾਈਮ ਨਹੀਂ ਸੀ ਕੱਟਦਾ ਗੁਰੂ ਹਰਗੋਬਿੰਦ ਸਾਹਿਬ ਕੋਲੇ। ਇਹਨਾਂ ਦਾ ਦੋਸਤ ਸੀ ਇੱਕ ਮੋਹਸਨ ਫਾਨੀ, ਜਿਹਨੇ ਦਬਸਤਾਨੇ ਮਜ਼ਾਹਿਬ ਕਿਤਾਬ ਲਿਖੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਿੱਤਰ ਜਿਹੜਾ ਮਿਲਦਾ ਰਹਿੰਦਾ ਸੀ ਅਕਸਰ ਉਹਨਾਂ ਨੂੰ ਆ ਕੇ, ਉਹਨੇ ਬਹੁਤ ਘਟਨਾਵਾਂ ਲਿਖੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਬਾਰੇ ਕੋਈ ਘਟਨਾ ਲਿਖਦਾ ਸੀ ਕਿ ਗੁਰੂ ਪਾਤਸ਼ਾਹ ਜੀ ਦੇ ਢਿੱਡ ਤੇ 3 ਬਲ ਪੈਂਦੇ ਤੇ। ਮੈਂ ਵੀ ਕਿਉਂਕਿ ਇੰਨੀ ਨੌਲੇਜ ਨਹੀਂ ਸੀ, ਜਦੋਂ ਛੋਟਾ ਸੀ ਪੜ੍ਹਦੇ, ਬਾਪੂ ਜੀ ਹੋਰੀ ਡੈਡੀ ਹੋਰੀ ਦੱਸਦੇ, ਤੇ ਕਈ ਵਾਰੀ ਗੱਲਾਂ ਕਰਦੇ ਵੀ ਜਿਹਦੇ ਢਿੱਡ ਤੇ ਬਲ ਪੈਂਦੇ ਨੇ ਉਹ ਤਾਂ ਮੋਟਾ ਹੁੰਦਾ ਫਿੱਟ ਕਿਵੇਂ ਹੋਊ। ਪਰ ਅਸਲ 'ਚ ਉਦੋਂ ਉਹਨੂੰ ਲਿਖਣਾ ਨਹੀਂ ਜਾਂਦਾ, ਕਿਉਂਕਿ ਉਦੋਂ ਪਤਾ ਨਹੀਂ ਹੋਊਗਾ ਉਹ ਕੀ ਕਹਿਣਾ ਚਾਹੁੰਦਾ ਹੋਊ। ਅਸਲ ਵਿੱਚ ਸਾਨੂੰ ਹੁਣ ਲੱਗਦਾ ਜਿਹੜੇ ਜਿੰਮ ਜਾਂਦੇ ਨੇ ਉਹਨਾਂ ਨੂੰ ਪਤਾ ਹੋਏ ਐਬ ਹੁੰਦੇ ਨੇ। ਔਰ ਜਦੋਂ ਢਿੱਡ ਦੇ ਐਬਸ ਬਣਦੇ ਨੇ ਨਾ, ਬਾਕੀ ਬੋਡੀ ਪਹਿਲਾਂ ਕਹੀ ਜੀ ਬਣਦੀ ਹੈ, ਫਿਰ ਪਤਾ ਸੋਚੋ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਉਹਨਾਂ ਵੇਲਿਆਂ 'ਚ ਐਬਸ ਬਣਦੇ ਸੀ। ਐਡਾ ਤਕੜਾ ਜਿਸਮ, ਜੁੱਸਾ ਉਹਨਾਂ ਦਾ। ਔਰ ਹੈਰਾਨੀ ਦੀ ਗੱਲ, ਮੋਹਸਨ ਫਾਨੀ ਲਿਖਦਾ, ਕਹਿੰਦਾ ਮੈਂ ਜੰਗ ਦੇ ਮੈਦਾਨ 'ਚ ਵੀ ਕਦੇ ਗੁਰੂ ਦੇ ਚਿਹਰੇ ਤੇ ਮੱਥੇ ਤੇ ਸ਼ਿਕਨ ਨਹੀਂ ਦੇਖਿਆ, ਗੁੱਸੇ 'ਚ ਨਹੀਂ ਕਦੇ ਮੈਂ ਗੁਰੂ ਨੂੰ ਦੇਖਿਆ। ਜੰਗ 'ਚ ਕਹਿੰਦਾ ਜਦੋਂ ਲੜਦੇ ਉਹ ਐਂ ਲੜ ਰਹੇ ਹੁੰਦੇ ਸੀ ਵੀ ਜਿਵੇਂ ਕਿਸੇ ਆਪਣੇ ਸ਼ਾਗਿਰਦ ਨੂੰ ਤਲਵਾਰ ਚਲਾਉਣੀ ਸਿਖਾ ਰਹੇ ਹੁੰਦੇ ਨੇ। ਜਦੋਂ ਪੈਂਦੇ ਖਾਨ ਲੜਨ ਆਇਆ ਸੀ ਨਾ, ਜਿਹੜਾ ਗੁਰੂ ਜੀ ਨੇ ਹੱਥੀਂ ਪਾਲਿਆ ਸੀ, ਤਿਆਰ ਕੀਤਾ ਫੌਜਾਂ ਦੇ ਵਿੱਚ, ਉਹਨੂੰ ਵੀ ਇੱਕ ਦਸਤੇ ਦਾ ਮੁਖੀ ਬਣਾਇਆ, ਹੰਕਾਰ ਗਿਆ। ਉਹਨੂੰ ਲੱਗਿਆ ਵੀ ਮੇਰੇ ਤੋਂ ਬਿਨਾਂ ਤਾਂ ਕੋਈ ਯੋਧਾ ਹੀ ਨਹੀਂ। ਫੌਜਾਂ ਨੂੰ ਚਾੜ ਲਿਆਇਆ, ਕਹਿੰਦਾ ਜੀ ਡੇਰਾ ਮੈਂ ਲੁੱਟੂੰਗਾ। ਤੇ ਗੁਰੂ ਸਾਹਿਬ ਦੇ ਜਦੋਂ ਸਾਹਮਣੇ ਆਇਆ, ਕਹਿੰਦੇ ਆ ਗਿਆ ਭਾਈ ਪੈਂਦੇ ਖਾਨ। ਬਾਕੀਆਂ ਨੂੰ ਤਾਂ ਬਾਕੀ ਸਿੰਘਾਂ ਨੇ ਸਾਂਭ ਲਿਆ, ਯੋਧਿਆਂ ਨੇ। ਤੇ ਪੈਂਦੇ ਖਾਨ ਲੜਦਾ ਹੋਇਆ ਗੁਰੂ ਸਾਹਿਬ ਵੱਲ ਜਦੋਂ ਵੱਧ ਰਿਹਾ ਸੀ, ਬਾਕੀ ਸਿੱਖਾਂ ਨੂੰ, ਜਰਨੈਲਾਂ ਨੂੰ, ਭਾਈ ਬਿਧੀ ਚੰਦ ਹੋਰੀ ਜਦੋਂ ਅੱਗੇ ਆਏ, ਮਹਾਰਾਜ ਨੇ ਰੋਕਤਾ, ਕਹਿੰਦੇ ਨਹੀਂ ਭਾਈ ਪੈਂਦੇ ਖਾਨ ਸਾਨੂੰ ਮਿਲਣਾ ਹੈ। ਉਹ ਆਇਆ, ਉਹ ਇੰਨਾ ਕੁ ਤਾਕਤਵਰ ਸੀ ਪੈਂਦੇ ਖਾਨ। ਮੈਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਾਰੇ ਦੱਸਿਆ ਵੀ ਉਹ ਕਿੱਡੇ ਤਕੜੇ ਤੇ, ਜਿਨ੍ਹਾਂ ਦਾ ਘੋੜਾ ਨਹੀਂ ਕੱਟਦਾ ਸੀ ਥੱਲੇ। ਬਹੁਤ ਵੱਡਾ ਚਗਾਠਾ ਸੀ ਸਰੀਰ ਦਾ, ਬਹੁਤ ਤਾਕਤਵਰ। ਤੇ ਪੈਂਦੇ ਖਾਨ ਕਿੰਨਾ ਕੁ ਤਾਕਤਵਰ ਸੀ ਕਿ ਗੁਰੂ ਸਾਹਿਬ ਨਾਲ ਲੜਦਾ ਲੜਦਾ ਗੁਰੂ ਜੀ ਦੇ ਘੋੜੇ ਦੇ ਥੱਲੇ ਵੜ ਕੇ ਸਣੇ ਘੋੜਾ ਗੁਰੂ ਜੀ ਨੂੰ ਚੱਕ ਕੇ ਸੁੱਟ ਦਿੱਤਾ ਸੀ ਉਹਨੇ। ਉਹਦੀ ਤਾਕਤ ਦਾ ਅੰਦਾਜ਼ਾ ਲਾ ਲਿਓ। ਇਹ ਵੱਖਰੀ ਗੱਲ ਹੈ ਕਿ ਗੁਰੂ ਜੀ ਉਦੋਂ ਵੱਡਾ ਪੈਂਤਰਾ ਮਾਰ ਕੇ ਦੁਬਾਰਾ ਸਾਹਮਣੇ ਖੜੇ ਤੇ ਉਹ ਸਭ ਗੇਰ ਨਹੀਂ ਸਕਿਆ, ਪਰ ਸਮੇਤ ਘੋੜੇ ਗੁਰੂ ਜੀ ਨੂੰ ਚੱਕ ਲਿਆ ਸੀ ਉਹਨੇ। ਸੋ ਇਹੋ ਜਿਹਾ ਯੋਧਾ ਜਦੋਂ ਸਾਹਮਣੇ ਆਇਆ ਤਾਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਪੈਂਦੇ ਖਾਨ ਹੁਣ ਚੜ੍ਹ ਕੇ ਆ ਗਿਆ, ਵਾਰ ਵੀ ਕਰ ਲੈ। ਪਹਿਲਾਂ ਵਾਰ ਨਹੀਂ ਕਰਦੇ ਸੀ, ਮੋਹਸਨ ਫਾਨੀ ਲਿਖਦਾ ਹੈ। ਔਰ ਇਹ ਵੀ ਲਿਖਦਾ ਮੋਹਸਨ ਫਾਨੀ, ਕਹਿੰਦਾ ਜੇ ਸਾਹਮਣੇ ਵਾਲੇ ਦੀ ਕਿਰਪਾਨ ਡਿੱਗ ਜਾਂਦੀ ਸੀ ਤਾਂ ਆਪਦੀ ਕਿਰਪਾਨ ਮਿਆਨ 'ਚ ਪਾ ਲਾਂਦੇ ਤੇ।
ਕਹਿੰਦੇ ਐ ਨਹੀਂ, ਨਿਹੱਥੇ ਤੇ ਵਾਰ ਨਹੀਂ ਕਰਦੇ। ਦੂਜੀ ਗੱਲ, ਤੂੰ ਜਿਹੜੇ ਹਥਿਆਰ ਨਾਲ ਲੜਨਾ ਚਾਹੁੰਦਾ ਮੈਂ ਵੀ ਉਸੇ ਨਾਲ ਲੜੂੰਗਾ। ਜੇ ਸਾਹਮਣੇ ਵਾਲੇ ਦਾ ਘੋੜਾ ਮਾਰਤਾ ਗੁਰੂ ਜੀ ਨੇ ਲੜਦੇ ਹੋਏ ਤਾਂ ਆਪਦੇ ਘੋੜੇ ਤੋਂ ਥੱਲੇ ਉਤਰ ਜਾਂਦੇ ਤੇ ਤੂੰ ਪੈਦਲ ਹੈ ਮੈਂ ਵੀ ਪੈਦਲ ਲੜੂ। ਕਹਿੰਦਾ ਲੱਗਦਾ ਹੀ ਨਹੀਂ ਤੀ ਵੀ ਉਹ ਜੰਗ ਕਰ ਰਹੇ ਨੇ। ਸੋ ਕੰਟਰੋਲ ਕਿੰਨਾ ਸੀ ਉਹਨਾਂ ਦਾ ਮਾਈਂਡ ਤੇ। ਲੜਾਈ 'ਚ ਤਾਂ ਆਪਾਂ ਹੀ ਪਾਗਲ ਹੋ ਜਾਂਦੇ ਹਾਂ। ਕਿੰਨਾ ਕੁ ਮਾਈਂਡ ਨੂੰ ਉਹਨਾਂ ਨੇ ਆਪਣੇ ਵੱਸ 'ਚ ਰੱਖਿਆ। ਉਹ ਤਾਂ ਹੀ ਪੂਜਦੇ ਹਾਂ ਅਸੀਂ, ਜੇ ਇਸ ਲੈਵਲ ਦੇ ਸੀ ਉਹ। ਸੇ ਪੈਂਦੇ ਖਾਨ ਨੇ ਵਾਰ ਕੀਤਾ ਕਿਉਂਕਿ ਸਾਰੀਆਂ ਨੇਕੀਆਂ ਭੁੱਲ ਕੇ ਜੋ ਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਸੀ ਉਹਨੂੰ, ਉਹ ਸਾਰਾ ਕੁਝ ਭੁੱਲ ਕੇ ਉਹਨੇ ਅੰਨ੍ਹੇਵਾਹ ਵਾਰ ਕੀਤੇ ਪਾਤਸ਼ਾਹ ਤੇ ਸਾਰੇ ਵਾਰ ਰੋਕ ਲਏ ਮਹਾਰਾਜ ਨੇ। ਕਹਿੰਦੇ ਪੈਂਦੇ ਖਾਨ ਤੈਨੂੰ ਮੈਂ ਬਹੁਤ ਸਿਖਾਈ ਹੈ ਤਲਵਾਰ ਚਲਾਣੀ, ਐਂ ਥੋੜ੍ਹੀ ਚਲਾਈਂਦੀ ਹੈ। ਇਹ ਲਫ਼ਜ਼ ਮੂਹਸਿਨ ਫਾਨੀ ਲਿਖਦਾ, ਕਹਿੰਦੇ ਪੈਂਦੇ ਖਾਨ ਤਲਵਾਰ ਐਂ ਨਹੀਂ ਐਂ ਚਲਾਈਂਦੀ ਹੈ। ਜਦੋਂ ਦੂਜੀ ਵਾਰੀ ਕਿਹਾ ਵੀ ਐਂ ਚਲਾਈਂਦੀ ਹੈ ਤਾਂ ਜਨੇਊ ਪਾਤਾ ਸੀ ਉਹਦੇ ਇੱਥੇ, ਜਾਣੀ ਕਿ ਪੂਰਾ ਕਿਰਪਾਨ ਆਰ ਪਾਰ ਕੱਢਤੀ ਉਹਦੀ ਬੋਡੀ 'ਚੋਂ। ਅਤੇ ਜਦੋਂ ਗਿਰਿਆ ਉਹ ਜ਼ਮੀਨ 'ਤੇ ਤਾਂ ਵੀ ਹਜ਼ੂਰ, ਕਿਉਂਕਿ ਦੋਸਤ ਪਿਆਰ ਬਹੁਤ ਸੀ ਉਹਦੇ ਨਾਲ, ਗੁਰੂ ਜੀ ਇੱਕਦਮ ਕਿਰਪਾਨ ਮਿਆਨ 'ਚ ਪਾ ਕੇ ਉਹਨੂੰ ਗੋਦੀ 'ਚ ਪਾ ਲਿਆ। ਕਹਿੰਦੇ ਲਾਸਟ ਅੰਤਮ ਕਲਮਾ ਪੜ੍ਹ ਲਓ ਪੈਂਦੇ ਖਾਨ ਜੀ। ਤਾਂ ਉਹਨੇ ਫਿਰ ਜਵਾਬ ਦਿੱਤਾ ਸੀ ਮਹਾਰਾਜ, ਕਹਿੰਦਾ ਤੁਹਾਡੀ ਕਿਰਪਾਨ ਨੇ ਕਲਮਾ ਤਾਂ ਪੜ੍ਹਾਤਾ, ਹੁਣ ਤਾਂ ਤੁਸੀਂ ਕਿਰਪਾ ਕਰੋ ਕਿ ਜੰਨਤ ਨੂੰ ਤੁਰ ਜਾਈਏ। ਮਹਾਰਾਜ ਨੇ ਕਿਹਾ ਭਾਈ ਖੁਦਾ ਨੂੰ ਯਾਦ ਕਰ। ਸੋ ਇਸ ਢੰਗ ਦਾ ਉਹਨਾਂ ਦਾ ਨੇਚਰ ਸੀ। ਸਿੱਖ ਕਿਉਂ ਨਹੀਂ ਬਲਿਹਾਰੇ ਜਾਣਗੇ ਜਿਹੜੇ ਦੁਸ਼ਮਣ ਨਾਲ ਵੀ ਇੰਨੇ ਪਿਆਰ ਨਾਲ ਪੇਸ਼ ਆਉਂਦੇ ਨੇ। 4 ਜੰਗਾਂ ਪਹਿਲਾਂ ਤੁਹਾਨੂੰ ਦੱਸਿਆ, ਸਭ ਤੋਂ ਪਹਿਲਾਂ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਨਾਲ ਸ਼ਿਕਾਰ ਕਰਨ ਗਏ ਜੰਗਲ 'ਚ। ਅਚਨਚੇਤ ਝਾੜਾਂ 'ਚੋਂ ਨਿਕਲਿਆ ਸ਼ੇਰ ਅਤੇ ਸਿੱਧਾ ਅਟੈਕ, ਕਿਉਂਕਿ ਗੁਰੂ ਸਾਹਿਬ ਜਹਾਂਗੀਰ ਦੇ ਨਾਲ ਸੀ। ਜਦੋਂ ਐਨ ਉਹਦੇ ਸਾਹਮਣੇ, ਕਿਉਂਕਿ ਸ਼ੇਰ ਪਹਿਲਾਂ ਤਾਂ ਆਪਾਂ ਸੁਣਦੇ ਹੁੰਦੇ ਤੇ ਨਾ, ਜਾਂ ਸਰਕਸਾਂ 'ਚ ਦੇਖਿਆ ਸੀ ਜਾਂ ਚਿੜੀਆਂ ਘਰਾਂ 'ਚ ਮਰੀਅਲ ਜੇ। ਹੁਣ ਪਤਾ ਲੱਗਦਾ ਵੀ ਜੰਗਲ ਦੇ ਜਿਹੜੇ ਸ਼ੇਰ ਨੇ ਕਿਹੋ ਜਿਹੇ ਹੁੰਦੇ ਨੇ, ਜੋ ਡਿਸਕਵਰੀ ਦੇਖਦੇ ਹਾਂ ਆਪਾਂ ਵੀ ਕਹਿੰਦੇ ਕਿੱਡੇ ਕਿੱਡੇ ਸਾਨਾਂ ਨੂੰ ਗਰਦਨ ਤੋਂ ਫੜ ਕੇ ਥੱਲੇ ਬਿਠਾ ਲਾਂਦੇ ਨੇ। ਸੋ ਉਸ ਸ਼ੇਰ ਨੇ ਜਦੋਂ ਇੱਕਦਮ ਅਟੈਕ ਕੀਤਾ ਤਾਂ ਹਜ਼ੂਰ ਨੇ ਢਾਲ 'ਤੇ ਰੋਕਿਆ। ਇਹ ਕਹਿਣਾ ਬੜਾ ਸੌਖਾ, ਉਹਨੂੰ ਸ਼ੇਰ ਨੂੰ, ਬੱਬਰ ਸ਼ੇਰ ਨੂੰ ਢਾਲ 'ਤੇ ਰੋਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਢਾਲ 'ਤੇ ਰੋਕ ਕੇ ਤੇਗ ਦੇ ਨਾਲ 2 ਟੋਟੇ ਕਰਤੇ ਅਤੇ ਜਹਾਂਗੀਰ ਦੇ ਹੋਸ਼ ਉੜੇ ਹੋਏ ਨੇ। ਉਹਨੂੰ ਸ਼ੇਰ ਮਰ ਚੁੱਕਿਆ ਪਰ ਉਹਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ। ਅਤੇ ਹਜ਼ੂਰ ਨੂੰ ਨੇ ਕਿਹਾ ਸੀ, ਕਹਿੰਦਾ ਵੀ ਜੇ ਅੱਜ ਤੁਸੀਂ ਨਾ ਹੁੰਦੇ ਮੇਰਾ ਤਾਂ ਅੱਜ ਕਲਮਾ ਪੜ੍ਹਿਆ ਗਿਆ ਸੀ। ਮਹਾਰਾਜ ਕਹਿੰਦੇ ਭਾਈ ਅਸੀਂ ਕੌਣ ਹੁੰਦੇ ਹਾਂ, ਖੁਦਾ ਸਭ ਕੁਛ ਕਰਨ ਕਰਾਵਣਹਾਰ ਹੈ, ਉਹੀ ਰੱਖ ਹੈ। ਸੋ ਉਹਦੇ ਮਨ 'ਤੇ ਬਹੁਤ ਗਹਿਰਾ ਅਸਰ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਗੁਰੂ ਜੀ ਨੂੰ ਕੈਦ ਕੀਤਾ ਗਿਆ ਗਵਾਲੀਅਰ ਦੇ ਕਿਲ੍ਹੇ 'ਚ। ਇਹ ਘਟਨਾ ਵੀ ਬੜੀ ਹੀ ਵੱਡੀ ਹੈ ਸਿੱਖ ਇਤਿਹਾਸ ਦੇ। ਇਹ ਮੈਂ ਤਾਂ ਦੱਸ ਰਿਹਾ, ਜਿਹੜੇ ਚੌਂਕੀਆਂ ਜਦੋਂ ਗੁਰੂ ਸਾਹਿਬ ਨੂੰ ਕੈਦ ਕਰਤਾ, ਸੰਗਤਾਂ 'ਚ ਰੋਸ ਦੀ ਲਹਿਰ ਪੈਦਾ ਹੋ ਗਈ। ਬਾਬਾ ਬੁੱਢਾ ਜੀ ਨੇ ਉਸ ਰੋਸ ਦੀ ਲਹਿਰ ਨੂੰ ਪ੍ਰਗਟ ਕਰਨ ਦੇ ਲਈ ਚੌਂਕੀਆਂ ਕੱਢਣ ਦੀ ਪ੍ਰਥਾ ਤੋਰੀ ਸੀ। ਜਿਹੜੇ ਹੁਣ ਵੀ ਚੌਂਕੀਆਂ ਨਿਕਲਦੇ ਨੇ ਦਰਬਾਰ ਸਾਹਿਬ, ਇਹ ਰੋਸ ਚੌਂਕੀਆਂ ਨੇ ਉਦੋਂ ਦੀਆਂ। ਸਿੱਖ ਗੁਰੂ ਜੀ ਨੂੰ ਯਾਦ ਕਰਦੇ ਹੋਏ ਉਹ ਫਿਰ ਇਕੱਲਾ ਉੱਥੇ ਨਹੀਂ, ਹਰੇਕ ਪਿੰਡ 'ਚ ਸਿੱਖਾਂ ਨੂੰ ਇਹ ਹੁਕਮ ਕਰ ਦਿੱਤਾ ਮਸੰਦਾਂ ਰਾਹੀਂ, ਜਿੱਥੇ ਹੋ ਭਾਈ ਜ਼ਰੂਰੀ ਥੋੜ੍ਹੀ ਹੈ ਵੀ ਉੱਥੇ ਆਉਣਾ, ਤੁਸੀਂ ਆਪਦੇ ਆਪ ਜਿਵੇਂ ਇਹ ਕਹਿ ਲਓ ਵੈਰਾਗ ਦੇ ਉਹ ਸ਼ਬਦ ਪੜ੍ਹਦੇ ਅਤੇ ਚੌਂਕੀਆਂ ਕੱਢਦੇ ਅਤੇ ਗੁਰੂ ਨੂੰ ਯਾਦ ਕਰਦੇ। ਚੌਂਕੀਆਂ ਗਵਾਲੀਅਰ ਦੇ ਕਿਲ੍ਹੇ ਤੱਕ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ। ਲੋਕ ਸਿੱਖ ਕੰਧਾਂ ਨੂੰ ਚੁੰਮਦੇ, ਮੱਥਾ ਟੇਕਦੇ, ਅੰਦਰ ਜਾਣ ਦੀ ਤਾਂ ਆਗਿਆ ਨਹੀਂ ਸੀ। ਹੁਣ ਗਵਾਲੀਅਰ ਹੀ ਕਿਉਂ ਭੇਜਿਆ ਗਿਆ ਗੁਰੂ ਜੀ ਨੂੰ, ਇਹ ਵੀ ਮੈਂ ਥੋੜ੍ਹੀ ਜਿਹੀ ਸਾਂਝ ਕਰ ਜਾਵਾਂ। ਭਾਵੇਂ ਮੈਂ ਚਾਹੁੰਦਾ ਹੁੰਦਾ ਵੀ ਗੁਰੂਆਂ ਦਾ ਜੀਵਨ ਹੈ ਜਿਹੜਾ ਬਹੁਤ ਲੰਬਾ ਚੌੜਾ ਹੈ, ਬਹੁਤ ਜ਼ਿਆਦਾ ਹੈ, ਟਾਈਮ ਬਹੁਤ ਲੱਗਦਾ, ਪਰ ਫੇਰ ਨਹੀਂ ਰਿਹਾ ਜਾਂਦਾ। ਉੱਥੇ ਸ਼ਾਹੀ ਕੈਦੀ ਰੱਖੇ ਜਾਂਦੇ ਸੀ ਜਿਨ੍ਹਾਂ ਨੂੰ ਖਤਮ ਕਰਨਾ ਹੁੰਦਾ ਸੀ, ਉਹ ਸਪੈਸ਼ਲ ਚੀਜ਼। ਉੱਥੇ ਰਾਜਿਆਂ ਲਈ ਮੈਕਸੀਮਮ ਸਿਕਿਉਰਿਟੀ ਜੇਲ੍ਹ ਹੈ ਜਿਹੜੀ, ਉਹ ਸੀ ਸਮਝ ਲਓ। ਦੇਸ਼ ਦੇ ਬਾਗੀ ਤੇ ਰਾਜੇ ਸੀ, ਉਹਦੇ ਅੰਦਰ ਵੀ ਰਾਜੇ ਸੀ, ਅਤੇ ਕੁਛ ਸਮੇਂ ਬਾਅਦ ਜਹਾਂਗੀਰ ਵੀ। ਹਾਂਜੀ ਮਨਵੀਰ ਜੀ ਥੈਂਕ ਯੂ। ਅਤੇ ਗੁਰੂ ਪਾਤਸ਼ਾਹ ਜਦੋਂ ਉਸ ਜੇਲ੍ਹ 'ਚ ਗਏ ਨੇ, ਹੋਰ ਰਾਜੇ ਮਹਾਰਾਜੇ ਤੇ ਅੱਡੋ ਅੱਡ ਗਿਣਤੀ ਲਿਖੀ ਹੈ। ਇੱਧਰੋਂ ਜਹਾਂਗੀਰ ਥੋੜ੍ਹਾ ਜਿਹਾ ਲੈਵਲ ਤੋਂ ਥੱਲੇ ਆ ਗਿਆ, ਰਾਜ ਭਾਗ 'ਤੇ ਸਥਿਰ ਹੋ ਗਿਆ। ਮੁਰਤਜ਼ਾ ਖਾਨ ਜਾਂ ਜਿਨ੍ਹਾਂ ਨੇ ਉਹਨੂੰ ਗੱਦੀ 'ਤੇ ਬਿਠਾਇਆ ਸੀ, ਉਹਨਾਂ ਦੀ ਤਾਕਤ ਉਹਨੇ ਘਟਾ ਦਿੱਤੀ। ਨੂਰ ਜਹਾਂ ਨਾਲ ਉਹਦਾ ਵਿਆਹ ਹੋਣ ਕਰਕੇ ਉਹ ਨੇਕ ਵਿਚਾਰਾਂ ਵਾਲੀ ਸੀ, ਜਿਹਦੇ ਕਰਕੇ ਉਹਨੂੰ ਇੰਨੇ ਜ਼ਿਆਦਾ ਤਵੱਸਬ ਤੋਂ ਉਹਨੇ ਰੋਕਿਆ। ਔਰ ਰਾਜ ਭਾਗ ਦੇ ਕੰਮਾਂ 'ਚ ਵੀ ਉਹ ਹਿੱਸਾ ਵਟਾਉਂਦੀ ਸੀ ਅਤੇ ਉਹਨੇ ਮਾੜੇ ਕੰਮਾਂ ਤੋਂ ਵਰਜਿਆ ਉਹਨੂੰ। ਸੋ ਜਹਾਂਗੀਰ ਆਪਦੀ ਵੀ ਉਹਦੀ ਨੀਤੀ ਥੱਲੇ ਆ ਚੁੱਕੀ ਸੀ, ਅਤੇ ਅੰਦਰ ਕਿਲ੍ਹੇ ਦੇ ਅੰਦਰ
ਜਿੰਨੇ ਰਾਜੇ ਮਹਾਰਾਜੇ ਸੀ ਜ਼ਿਆਦਾਤਰ 22 ਧਾਰ ਦੇ ਜਿਹੜੇ ਪਹਾੜੀ ਰਾਜੇ ਜਿਹਨੂੰ ਆਪਾਂ ਕਹਿੰਦੇ 52 ਰਾਜੇ ਉੱਥੇ ਸੀ, ਪਰ ਕਈ ਇਤਿਹਾਸਕਾਰਾਂ ਨੇ ਰਾਜਿਆਂ ਦੀ ਗਿਣਤੀ 103 ਵੀ ਲਿਖੀ ਹੈ। ਤੇ ਕੁਝ ਇਤਿਹਾਸਕਾਰ ਕਹਿੰਦੇ ਨੇ 52 ਉਹ ਕੈਦੀ ਸੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੀ ਸੀ ਸਮਝ ਲਓ, ਤੇ 53 ਕੁ ਕੈਦੀ ਉਹ ਸੀ ਜਿਹੜਿਆਂ ਦੀਆਂ ਘੱਟ ਸਜ਼ਾਵਾਂ ਸੀ। ਹੈਗੇ ਸਾਰੇ ਇਹੋ ਰਾਜੇ ਤੇ ਜਾਂ ਵੱਡੇ ਤਕੜੇ ਯੋਧੇ ਜਰਨੈਲ ਤੇ ਗੁਰੂ ਜੀ ਜਦੋਂ ਉੱਥੇ ਗਏ ਤਾਂ ਉਹਨਾਂ ਦਾ ਮਾਹੌਲ ਬਦਲ ਗਿਆ, ਉਹਨਾਂ ਦੇ ਅੰਦਰ ਜਿਉਣ ਦੀ ਇੱਛਾ ਪੈਦਾ ਕਰਤੀ, ਸਭਾਮਾਨ ਪੈਦਾ ਕਰਿਆ, ਮੌਤ ਦਾ ਡਰ ਕੱਢਿਆ ਉਹਨਾਂ ਦੇ ਅੰਦਰੋਂ। ਜਹਾਂਗੀਰ ਨਾਲ ਵੀ ਗੱਲਬਾਤ ਚੱਲੀ ਤਾਂ ਅਖੀਰ ਨੂੰ ਜਹਾਂਗੀਰ ਸਮਝ ਗਿਆ ਤੇ ਗੁਰੂ ਜੀ ਨੂੰ ਛੱਡਣ ਦਾ ਉਹਨੇ ਫੈਸਲਾ ਕਰ ਲਿਆ। ਤੇ ਜਦੋਂ ਪਰਵਾਨਾ ਆ ਗਿਆ ਕਿ ਗੁਰੂ ਜੀ ਨੂੰ ਯਾਦ ਕਰਨਾ, ਉਹ ਸਾਰੇ ਰਾਜੇ ਘਬਰਾ ਗਏ। ਤਾਂ ਮਹਾਰਾਜ ਨੇ ਕਿਹਾ ਭਾਈ ਅਸੀਂ ਨਹੀਂ ਜਾਂਦੇ, ਅਸੀਂ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ। ਇਹ ਛੋਟੀ ਜੀ ਗੱਲ ਨਹੀਂ, ਅਸੀਂ ਤਾਂ ਕੀ ਕਰਿਆ ਕਲੀਆਂ ਫੜਾਤੀਆਂ ਤੇ ਤੋਰਤੇ। ਇਹ ਐਂ ਨਹੀਂ ਤੀ ਗੱਲ ਵੀ ਕਲੀਆਂ ਫੜ ਲੀਆਂ ਤੇ ਨਿਕਲੇ ਜੀ ਬਾਹਰ ਨਾ। ਜਹਾਂਗੀਰ ਨੂੰ ਭਰੋਸਾ ਦਿਵਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਮੈਂ ਜ਼ਿੰਮੇਵਾਰੀ ਲੈਣਾ ਇਹਨਾਂ ਦੀ, ਮੇਰੇ ਤੋਂ ਬਾਹਰ ਨਹੀਂ ਹੋਣਗੇ, ਤੇਰੇ ਖਿਲਾਫ ਨਹੀਂ ਜਾਂਦੇ, ਮੈਂ ਜਾਮਨੀ ਭਰਦਾ। ਉਹ ਜਾਮਨੀ ਭਰੀ ਸੀ, ਰਿਟਨ 'ਚ ਹੋਇਆ ਸੀ ਉਹਨਾਂ ਦਾ, ਰਾਜਿਆਂ ਨੇ ਰਿਟਨ 'ਚ ਦਿੱਤਾ ਸੀ ਕਿ ਅਸੀਂ ਗੁਰੂ ਮੰਨਦੇ ਹਾਂ ਇਹਨਾਂ ਨੂੰ, ਅਸੀਂ ਇਹਨਾਂ ਦੇ ਅਧੀਨਗੀ ਰਹਾਂਗੇ, ਅਸੀਂ ਕਦੇ ਇਹਨਾਂ ਦੀ ਹੁਕਮਦੁਲੀ ਨਹੀਂ ਕਰਾਂਗੇ। ਤੇ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਤੇਰੇ ਖਿਲਾਫ ਇਹ ਕਦੇ ਬਗਾਵਤ ਨਹੀਂ ਕਰਨਗੇ। ਜਹਾਂਗੀਰ ਤੂੰ ਜ਼ੁਲਮ ਨਾ ਕਰੀ, ਤੂੰ ਧੱਕਾ ਨਾ ਕਰੀ, ਇਹਨਾਂ ਨਾਲ ਛੇੜਛਾੜ ਨਾ ਕਰੀ, ਜੋ ਤੁਹਾਡੇ ਰੂਲ ਨੇ ਸਿਸਟਮ ਪਹਿਲਾਂ ਚੱਲ ਰਿਹਾ ਉੱਦਾਂ ਚੱਲਿਓ, ਤਾਂ ਇਹ ਤੁਹਾਡੇ ਤੋਂ ਖਿਲਾਫ ਨਹੀਂ ਚੱਲਣਗੇ, ਮੈਂ ਜਾਮ ਨਹੀਂ ਲੈਣਾ। ਉਹ ਕਹਿੰਦਾ ਠੀਕ ਹੈ, ਜਿਹੜਾ ਗੁਰੂ ਦਾ ਪੱਲਾ ਫੜ ਕੇ ਆ ਜਾਊਗਾ ਬਾਹਰ। ਪੱਲਾ ਫੜਨ ਦਾ ਮੀਨਿੰਗ ਸੀ ਜਿਹੜਾ ਗੁਰੂ ਦੀ ਗੱਲ ਮੰਨੂਗਾ। ਉਹ 52 ਜਿਹੜਾ ਕਲੀਆਂ ਵਾਲਾ ਜੋ ਵੀ ਉਹਨੂੰ ਆਪਾਂ ਕਹਿ ਦਈਏ, ਉਹ ਇੱਕ ਵੱਖਰਾ ਚੈਪਟਰ ਹੈ। ਉਹ ਆਏ ਨੇ ਤੇ ਉਹਨਾਂ ਨੇ ਵਾਅਦਾ ਕਰਿਆ ਸੀ ਕਿ ਤੁਹਾਡੇ ਰਹਾਂਗੇ। ਵੱਖਰੀ ਗੱਲ ਹੈ ਵਾਅਦਾ ਮੁੱਕਰ ਕੇ ਬਾਅਦ 'ਚ ਉਹੀ ਬੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਉਹਨਾਂ ਦੇ ਬੱਚਿਆਂ ਨੇ ਤੰਗ ਕੀਤਾ। ਉਹ ਆਪਾਂ ਅੱਗੇ ਗੱਲ ਕਰਾਂਗੇ। ਸੋ ਇੱਦਾਂ ਗੁਰੂ ਪਾਤਸ਼ਾਹ ਸਾਰੇ ਇਲਾਕੇ ਵਿੱਚ ਦੂਜੇ ਬੰਦੀ ਛੋੜ ਬਣੇ ਨੇ। ਪਹਿਲੇ ਬੰਦੀ ਛੋੜ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਬਾਬਰ ਦੀ ਕੈਦ 'ਚੋਂ ਉਹਨਾਂ ਨੇ ਬਹੁਤ ਸਾਰੇ ਕੈਦੀਆਂ ਨੂੰ ਛੁਡਾਇਆ, ਉਹ ਪਹਿਲੇ ਬੰਦੀ ਛੋੜ। ਦੂਜੇ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ। ਤੀਜੇ ਬਣੇ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਉਹ ਜਦੋਂ 30,000 ਕੁੜੀਆਂ ਛੁਡਾਈਆਂ ਨੇ ਸਾਰੇ ਦੇਸ਼ 'ਚ, ਬੰਦੀ ਛੋੜ ਨਾਮ ਉਹਨਾਂ ਦਾ ਹੋਇਆ ਸੀ। ਉਹ ਆਪਾਂ ਫੇਰ ਗੱਲ ਕਰਾਂਗੇ। ਸੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੋਂ ਆਏ ਨੇ, ਜਹਾਂਗੀਰ ਨਾਲ ਚੰਗੇ ਸੰਬੰਧ ਹੋ ਗਏ, ਲੜਾਈ ਵਾਲਾ ਸਿਸਟਮ ਖਤਮ ਹੋ ਗਿਆ, ਤਾਂ ਗੁਰੂ ਪਾਤਸ਼ਾਹ ਪ੍ਰਚਾਰ 'ਤੇ ਰਹੇ। ਦੂਰ ਦੂਰ ਤੱਕ ਪ੍ਰਚਾਰ ਕੀਤਾ। ਸਿੱਖਾਂ 'ਚ ਵੀਰਤਾ, 2500 ਘੋੜ ਸਵਾਰ ਹਰ ਵੇਲੇ ਨਾਲ ਸੀ, ਜਿਹੜਾ ਕੱਲਾ ਕੱਲਾ ਸਵਾ ਲੱਖ ਦਾ ਟਾਕਰਾ ਕਰਨ ਵਾਲਾ ਸੀ। ਸਿਰ 'ਤੇ ਕੱਫਣ ਬੰਨੇ ਹੋਏ ਤੇ, ਜਿਹਦੇ ਆਮ ਊਂ ਹੀ ਨਹੀਂ ਫੌਜੀ ਤੇ। ਇੱਥੋਂ ਤੱਕ ਕਿ ਪਠਾਣਾਂ ਦੇ ਦਸਤੇ ਵੀ ਗੁਰੂ ਪਾਤਸ਼ਾਹ ਦੀ ਫੌਜ ਵਿੱਚ ਸ਼ਾਮਲ ਹੋ ਗਏ ਤੇ। ਘੋੜੇ, ਹਥਿਆਰ, ਥਾਂ ਥਾਂ 'ਤੇ ਗੁਰੂ ਪਾਤਸ਼ਾਹ ਨੇ ਦਵਾਖਾਨੇ ਖੋਲ੍ਹੇ, ਕਿਉਂਕਿ ਗੁਰੂ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਗੁਰੂ ਪਾਤਸ਼ਾਹ ਨੇ ਜੋ ਰੀਤ ਚਲਾਈ ਸੀ ਉਹਨੂੰ ਹੋਰ ਪ੍ਰਫੁੱਲਤ ਕੀਤਾ, ਕਿਉਂਕਿ ਲੰਮਾ ਸਮਾਂ ਗੱਦੀ ਦੇ ਉੱਤੇ ਰਹੇ ਨੇ। ਛੇਵੇਂ ਪਾਤਸ਼ਾਹ ਪਹਿਲੇ ਮੈਂ ਤੁਹਾਨੂੰ ਦੱਸਿਆ ਛੋਟੀ ਉਮਰ 'ਚ ਜਾਂਦੇ ਰਹੇ ਨੇ, ਇਦੋਂ ਬਾਅਦ ਵੀ ਅੱਗੇ ਚੱਲੂਗਾ, ਉਹੀ ਦੌਰ ਚੱਲੂਗਾ। ਛੇਵੇਂ ਗੁਰੂ ਘਰ ਦੇ ਵਿੱਚ ਪ੍ਰਿਥੀਆ ਵੀ ਬਹੁਤ ਵਿਰੋਧੀ ਸੀ, ਛੋਟੇ ਹੁੰਦਿਆਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ। ਇਹ ਛੋਟੀਆਂ ਕਹਾਣੀਆਂ ਨੇ ਜਿਹੜੀਆਂ ਤੁਸੀਂ ਸੁਣੀਆਂ ਹੋਈਆਂ ਨੇ, ਇਹ ਆਪਾਂ ਡਿਸਕਸ਼ਨ ਨਹੀਂ ਕਰਦੇ। ਉਦੋਂ ਬਾਅਦ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਗੱਦੀ ਤੇ ਬੈਠਿਆ, ਨੀਤੀ ਬਦਲ ਗਈ। 4 ਜੰਗ ਲੜੇ ਨੇ ਫਿਰ ਪਾਤਸ਼ਾਹ ਨੇ ਸਿੱਧੇ ਆਮੋ ਸਾਹਮਣੇ। ਇਹ ਪਹਿਲੀਆਂ ਲੜਾਈਆਂ ਨੇ ਫਿਰ ਪਾਤਸ਼ਾਹ ਦੀਆਂ। ਹਰਗੋਬਿੰਦਪੁਰ ਦਾ ਪਹਿਲਾ ਜੰਗ ਹੋਇਆ, ਜਿਹੜਾ ਕਿ ਸਿੱਖਾਂ ਲਈ ਵੀ ਪਹਿਲਾ ਸੀ। ਨਵੇਂ ਸਾਰੇ ਮੁੰਡੇ ਸਿੱਖ ਜਿਹੜੇ ਪਹਿਲੀ ਵਾਰੀ ਲੜਨਾ ਜਿਨ੍ਹਾਂ ਨੇ, ਤਾਂ ਸੋਚੋ ਵੀ ਕਿਹੋ ਜਿਹਾ ਮਾਹੌਲ ਹੋਊਗਾ। ਹਾਂਜੀ, ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਆਪਣੇ ਇਤਿਹਾਸ ਨੂੰ, ਵਿਰਸੇ ਨੂੰ, ਉਹਨਾਂ ਯੋਧਿਆਂ ਨੂੰ, ਗੁਰੂ ਪਾਤਸ਼ਾਹ ਦੀ ਉਹ ਗੱਲ ਕਰੀਏ ਯਾਰ ਜਿਹੜੀ ਉਹਨਾਂ ਨੇ ਕਰੀ ਹੈ। ਜਿਹੜੀਆਂ ਬਹਾਦਰੀ ਦੀਆਂ ਉਹ ਪੂਰਨੇ ਪਾ ਗਏ, ਸਾਨੂੰ ਤਾਂ ਦੱਸਿਆ ਹੀ ਨਹੀਂ, ਸਾਨੂੰ ਤਾਂ ਕਹਾਣੀ ਹੋਰ ਸੁਣਾਈਆਂ ਗਈਆਂ ਨੇ। ਕਰਨਵੀਰ ਜੀ, ਕੋਸ਼ਿਸ਼ ਕਰ ਰਹੇ ਆਪਾਂ ਕਿ ਗੁਰੂ ਪਾਤਸ਼ਾਹ ਦੇ ਉਹ ਪੱਖ ਸਾਹਮਣੇ ਲਿਆਈਏ ਜਿਹੜੇ ਆਉਣੇ ਚਾਹੀਦੇ ਨੇ। ਠੀਕ ਹੈ। ਸੋ ਜਦੋਂ ਸਮਾਂ ਆ ਗਿਆ, ਪਹਿਲੀ ਵਾਰ ਜੰਗ ਲੜਨੀ ਹੈ, ਮਾੜੇ ਬੰਦਿਆਂ ਦਾ ਉਹੀ ਅਟੈਕ ਹੋ ਜਾਂਦਾ ਹੈ। ਤੇ ਇੱਕ ਮੈਂ ਇਹ ਵੀ ਦੱਸ ਦੇਵਾਂ, 4 ਜੰਗਾਂ 'ਚ ਮੇਨ ਜਰਨੈਲ ਜਿਹੜੇ ਚੜ੍ਹ ਕੇ ਆਏ ਤੇ ਖੁਦ ਗੁਰੂ ਪਾਤਸ਼ਾਹ ਨੇ ਹੱਥੀਂ ਝਟਕਾਏ ਨੇ, ਆਪ ਮੂਹਰੇ ਹੋ ਕੇ ਸਿੱਖਾਂ ਦਾ ਹੌਸਲਾ ਵਧਾਇਆ। ਸ਼ੇਰੋ, ਪਰਵਾਹ ਨਹੀਂ ਕਰਨੀ, ਬੈਠੇ ਆ ਨਾ ਤੁਹਾਡੇ ਨਾਲ। ਤਾਂ ਇਹੀ ਗੱਲ ਕਹਿੰਦੇ ਮਹਾਰਾਜ ਤੁਸੀਂ ਬੈਠੇ ਹੋ, ਤੁਹਾਡੇ ਹੁੰਦੇ ਫਿਕਰ ਕਾਹਦਾ ਹੈ, ਤੁਸੀਂ ਹੁਕਮ ਕਰੋ। ਕਿਹੋ ਜਿਹੇ ਸਿੱਖ ਸੀ, ਭਾਈ ਬਿਧੀ ਚੰਦ ਵਰਗੇ, ਭਾਈ ਪਰਾਗਾ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਕਮਾਲ ਦੇ ਭਾਈ ਮਥੁਰਾ ਜੀ, ਲਿਖ ਰਹੇ ਬਾਣੀ ਨੇ, ਪਰ ਕਮਾਲ ਦੀ ਦ੍ਰਿੜਤਾ, ਕਮਾਲ ਦੀ ਹਥਿਆਰਬੰਦ ਯੋਜਨਾ,
ਕਿੱਡਾ ਕੁ ਜਿਗਰ ਹੈ ਉਸਦਾ। ਬਾਣੀ ਪੜ੍ਹਦੇ ਪੜ੍ਹਦੇ ਤੱਤੀਆਂ ਤਵੀਆਂ ਤੇ ਬਹਿ ਗਏ ਤੇ ਬਾਣੀ ਪੜ੍ਹਦੇ ਪੜ੍ਹਦੇ ਖੰਡੇ ਚੱਕ ਕੇ ਤੁਰ ਪਏ। ਕੀ ਸੀ ਇਸ ਬਾਣੀ 'ਚ? ਇਹ ਤਾਂ ਹੀ ਇਸ ਬਾਣੀ ਤੋਂ ਤੋੜਨ ਲਈ ਸਾਨੂੰ ਇੰਨਾ ਕੁ ਕੁਛ ਚੱਲੇ ਆ ਨਾ ਕਿ ਆਹ ਬਾਣੀ ਹੈ ਯਾਰ, ਇਹਦੇ 'ਚ ਹੈ ਕੁਛ। ਅੱਗੇ ਕਰੂੰਗਾ ਸਾਂਝ, ਪਰ ਗੱਲ ਆਈ ਹੈ ਬਾਣੀ ਦੀ। ਲਖਪਤ ਰਾਏ ਨੇ ਤਾਂ ਇੱਥੋਂ ਤੱਕ ਕਹਿਤਾ ਸੀ, ਜਿਹੜਾ ਕਿ ਜ਼ਕਰੀਆ ਖਾਨ ਨੇ ਰੱਖਿਆ ਹੋਇਆ ਆਪਦਾ ਜਰਨੈਲ ਸੀ, ਕਹਿੰਦਾ ਕਿਸੇ ਵੀ ਗ੍ਰੰਥ ਨੂੰ ਗ੍ਰੰਥ ਨਹੀਂ ਕਹਿਣਾ, ਕਿਉਂਕਿ ਗ੍ਰੰਥ ਕਹੇ ਤੋਂ ਕਹਿੰਦਾ ਗੁਰੂ ਗ੍ਰੰਥ ਯਾਦ ਆਉਂਦਾ। ਮੈਂ ਗੁਰੂ ਗ੍ਰੰਥ ਨਹੀਂ ਰਹਿਣ ਦੇਣਾ, ਨਾ ਦਿਮਾਗ 'ਚੋਂ ਕੱਢ ਦੇਣਾ ਮੈਂ ਗੁਰੂ ਗ੍ਰੰਥ। ਗੁੜ ਕਹਿਣ ਤੇ ਉਹਨੇ ਪਾਬੰਦੀ ਲਾਤੀ ਸੀ, ਕਿਸੇ ਨੇ ਗੁੜ ਨਹੀਂ ਕਹਿਣਾ, ਗੁੜ ਕਹੇ ਤੋਂ ਗੁਰੂ ਯਾਦ ਆਉਂਦਾ, ਮੈਂ ਗੁਰੂ ਨਹੀਂ ਕਹਿਣ ਦੇਣਾ। ਲੋਕ ਉਦੋਂ ਭੇਲੀ ਜਾਂ ਰੂੜੀ ਕਹਿਣ ਲੱਗੇ ਤੇ ਅੱਜ ਵੀ ਪਿੰਡਾਂ 'ਚ ਭੇਲੀ ਜਾਂ ਰੂੜੀ ਕਿਹਾ ਜਾਂਦਾ। ਇਹ ਸਾਨੂੰ ਬਾਣੀ ਨਾਲੋਂ ਤੋੜਨ ਲਈ, ਕਿ ਕਿਉਂਕਿ ਉਹ ਕਹਿੰਦੇ ਨੇ ਬਾਣੀ 'ਚ ਹੈ ਕੁਛ। ਇਹੀ ਬਾਣੀ ਪੜ੍ਹਦੇ ਪੜ੍ਹਦੇ ਤੱਤੀ ਤਵੀ ਤੇ ਬਹਿ ਗਏ, ਬਾਣੀ ਪੜ੍ਹਦੇ ਪੜ੍ਹਦੇ ਯਾਰ ਖੰਡੇ ਚੱਕ ਕੇ ਤੁਰ ਪਏ, ਬਾਣੀ ਪੜ੍ਹਦੇ ਪੜ੍ਹਦੇ 1.25 ਲੱਖ ਦੇ ਨਾਲ ਟਾਕਰਾ ਕਰਦੇ ਨੇ, ਮੌਤ ਦੀ ਪਰਵਾਹ ਨਹੀਂ ਕਰਦੇ, ਆਰੇ ਚਲਾ ਲਏ, ਬੰਦ ਬੰਦ ਕਟਾ ਲਏ, ਖੋਪਰੀਆਂ ਲਹਾ ਲੀਆਂ। ਕੀ ਹੈ ਇਸ ਬਾਣੀ 'ਚ? ਉਹ ਕਹਿੰਦੇ ਬਾਣੀ ਤਾਂ ਸਾਨੂੰ ਪਤਾ ਨਹੀਂ ਕੀ ਹੈ। ਹਾਂਜੀ, ਥੈਂਕ ਯੂ ਹਰਜਿੰਦਰ ਸਿੰਘ ਸਭਰਾ ਜੀ, ਜੋ ਕਿ ਧੰਨਵਾਦ ਹੈ ਤੁਹਾਡਾ। ਤੁਸੀਂ ਬਾਈ ਜੀ ਸਾਡੇ ਬਹੁਤ ਹੀ ਜਾਣਕਾਰ ਨੇ ਇਤਿਹਾਸ ਦੇ, ਗੁਰਬਾਣੀ ਦੇ, ਅਤੇ ਤੁਹਾਡੇ ਨਾਲ ਕਦੇ ਲਾਈਵ ਹੋ ਕੇ ਵੀ ਮੈਂ ਚਾਹੂੰਗਾ ਗੱਲਬਾਤ ਕਰਨੀ ਜੀ। ਸ਼ੁਕਰੀਆ। ਅੱਜ ਮੈਂ ਟਾਈਮ ਕਾਫੀ ਹੈ, ਫਿਰ ਮੇਰਾ ਖਰਾਬ ਨਾ ਹੋਵੇ, ਇਸ ਕਰਕੇ ਤੁਹਾਡਾ ਸ਼ੁਕਰੀਆ। ਸੱਭਿਅਤਾ ਮਿਟਾਉਣ ਲਈ ਉਹਨੇ ਪੂਰਾ ਵਾਹ ਲਾਇਆ ਜੀ, ਸਾਡੀ ਹੋਂਦ ਨੂੰ ਖਤਮ ਕਰਨੀ। ਉਹ ਆਪਾਂ ਅੱਗੇ ਕਰਾਂਗੇ ਬਾਈ ਜੀ, ਤਾਂ ਕਿ ਉਹ ਸਿਕੁਐਂਸ ਨਾ ਟੁੱਟੇ। ਤੁਹਾਡੇ ਨਾਲ ਜ਼ਰੂਰ ਮੈਂ ਡਿਸਕਸ਼ਨ ਕਰੂੰਗਾ। ਸੋ ਗੁਰਦੇਵ ਪਾਤਸ਼ਾਹ ਉਹਨਾਂ ਯੋਧਿਆਂ ਨੂੰ, ਗੁਰੂ ਦੇ ਬਾਣੀ ਦੇ ਜਿਹੜੇ ਬਾਣੀ ਪੜ੍ਹਦੇ ਹੋਏ, ਮੈਂ ਤੁਹਾਨੂੰ ਦੱਸਿਆ ਸਿਰ 'ਤੇ ਕੱਫਣ ਬੰਨ੍ਹ ਕੇ ਤੁਰ ਪਏ। ਕੀ ਤੀ ਉਹ ਬਾਣੀ 'ਚ? ਜਿਹੜੇ ਕਹਿੰਦੇ ਨਾ ਅੱਖਾਂ ਮੀਚ ਕੇ ਜੀ ਤੋਤਾ ਰਟਨ ਕਰੋ ਜੀ, ਆਹ ਕਰੋ। ਯਾਰ ਆਹ ਹੈ ਬਾਣੀ ਤਾਂ, ਜਿਹੜੀ ਜਿਉਣਾ ਵੀ ਸਿਖਾਉਂਦੀ ਹੈ, ਜਿਹੜੀ ਮਰਨਾ ਵੀ ਸਿਖਾਉਂਦੀ ਹੈ, ਜਿਹੜੀ ਬਾਦਸ਼ਾਹੀ ਤਖ਼ਤ 'ਤੇ ਬਿਠਾਉਂਦੀ ਹੈ, ਜਿਹੜੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਿੱਖ ਬਾਦਸ਼ਾਹ ਕਿਵੇਂ ਹੁੰਦਾ ਹੈ, ਰਾਜ ਸਿੱਖ ਨੇ ਕਿਵੇਂ ਕਰਨਾ, ਕਰਕੇ ਦਿਖਾਤਾ। ਨਵਾਬ ਕਪੂਰ ਸਿੰਘ ਤੋਂ, ਬੰਦਾ ਸਿੰਘ ਬਹਾਦਰ ਤੋਂ ਪਹਿਲਾ ਬਾਦਸ਼ਾਹ ਹੋਇਆ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਸ਼ੇਰ। ਉਹਦੀ ਗੱਲ ਜਦੋਂ ਕਰਾਂਗੇ ਫੇਰ ਇਹ ਕਰਾਂਗੇ, ਕਿਉਂਕਿ ਅੱਜ ਜੇ ਤੁਰ ਪਈ ਮੁੜਿਆ ਨਹੀਂ ਜਾਣਾ। ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਅਤੇ ਸਭ ਤੋਂ ਵੱਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਹਨਾਂ ਨੇ ਦੱਸਿਆ ਕਿ ਸਿੱਖਾਂ ਦਾ ਰਾਜ ਕਿਹਾ ਜਾਊ। ਅੱਜ ਵੀ ਇੱਥੋਂ ਨਹੀਂ ਜਾ ਰਿਹਾ ਲੋਕਾਂ ਦੇ। ਦੁਨੀਆ ਨੇ ਕਹਿਤਾ ਅੱਜ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਹੀਂ ਕਿਤੇ। ਕਿਉਂ? ਜਿਹੜਾ ਬਾਣੀ ਪੜ੍ਹ ਗਿਆ। ਇਸੇ ਬਾਣੀ ਨਾਲੋਂ ਤੋੜਨ ਲਈ ਕੱਚੀਆਂ ਰਚਨਾਵਾਂ ਰਚੀਆਂ ਗਈਆਂ। ਗੁਰੂ ਕਾਲ ਦੇ ਵੇਲੇ ਤੋਂ ਸ਼੍ਰੀ ਚੰਦ ਹੋਰਾਂ ਤੋਂ ਚੱਲ ਪਿਆ ਕੰਮ, ਪ੍ਰਿਥੀ ਹੋਰਾਂ ਤੋਂ, ਧੀਰਮਲ, ਰਾਮ ਰਾਈਏ, ਗੁਰੂ ਗੋਬਿੰਦ ਸਿੰਘ ਜੀ ਵੇਲੇ ਤਾਂ ਵੱਡੇ ਪੱਧਰ 'ਤੇ ਅੱਜ ਤੱਕ ਗੁਰਬਾਣੀ ਨਹੀਂ ਪੜ੍ਹੀ ਜਾਂਦੀ। ਧਾਰਨਾਵਾਂ ਕੱਚੀਆਂ ਪੜ੍ਹ ਪੜ੍ਹ ਕੇ ਲੋਕਾਂ ਨੂੰ ਤੋਰਿਆ ਜਾਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਖਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ। ਕਮਾਲ ਦੀ ਗੱਲ ਕਰਦੀ, ਜਿਨ੍ਹਾਂ ਦੇ ਚਿੱਤ ਨੂੰ ਮਾਇਆ ਨੇ ਚੋਰੀ ਕਰ ਲਿਆ। ਦੌਲਤ ਤੇ ਜਿਨ੍ਹਾਂ ਦੀ ਨਿਗਾਹ, ਪੈਸੇ ਇਕੱਠੇ ਕਰਨ ਤੇ ਨਿਗਾਹ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਪਰ ਗੁਰੂ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਹ ਸੱਚੀ ਬਾਣੀ ਯਾਰ ਗਾਓ, ਕਾਹਨੂੰ ਝੂਠੀਆਂ ਬਾਣੀਆਂ ਦੇ ਵਿੱਚ ਪਏ ਹੋ। ਸੋ ਆਪਾਂ ਕਰਾਂਗੇ ਗੱਲ ਅੱਗੇ ਕਿ ਇਹਨਾਂ ਦੇ ਹੁਣ ਜੀਵਨ ਦੇ ਵਿੱਚ ਨਾ, ਕਿਉਂਕਿ ਬਹੁਤ ਕਮਾਲ ਦਾ ਜੀਵਨ ਹੈ ਛੇਵੇਂ ਪਾਤਸ਼ਾਹ ਦਾ। ਮੈਂ ਕੋਸ਼ਿਸ਼ ਕਰ ਰਿਹਾ ਇਕੱਠੇ ਕਰਨ ਦੀ, ਸਮੇਟਣ ਦੀ, ਸਿਮਟਦਾ ਨਹੀਂ। ਥੋੜ੍ਹੇ ਜਿਹੇ ਮੈਂ ਦੋ ਗੁਰਸਿੱਖਾਂ ਦੀ ਗੱਲ ਕਰਾਂ। ਹੁਕਮ ਮੰਨਣ ਵਾਲਾ ਸਿੱਖ ਸੀ ਭਾਈ ਝੰਡਾ ਜੀ। ਕਿਆ ਹੁਕਮ, ਕਿਹੋ ਜਿਹੇ ਸਿੱਖ ਤੇ? ਮਹਾਰਾਜ ਇੱਕ ਵਾਰੀ ਸ਼ਿਕਾਰ 'ਤੇ ਗਏ, ਉਹਨੂੰ ਇੱਕ ਰੱਖ 'ਚ ਖੜਾ ਕੇ ਕਿ ਇੱਥੇ ਨਿਗਰਾਨੀ ਰੱਖੀ, ਇੱਥੇ ਖੜ ਜਾ, ਸ਼ਿਕਾਰ ਇੱਧਰ ਨਾ ਜੇ। ਅਤੇ ਗੁਰੂ ਸਾਹਿਬ ਸ਼ਿਕਾਰ ਕਰਦੇ ਕਰਦੇ ਕਿਤੇ ਦੂਜੇ ਪਾਸਿਓਂ ਦੀ ਵਾਪਸ ਮੁੜ ਗਏ। ਕਹਿੰਦੇ ਤੀਜੇ ਦਿਨ ਜਦੋਂ ਦੇਖਿਆ ਉਹ ਸਿੰਘ ਉੱਥੇ ਹੀ ਖੜਾ ਸੀ। ਮਹਾਰਾਜ ਨੇ ਘੁੱਟ ਕੇ ਜੱਫੀ ਪਾ ਲਈ, ਪੁੱਤਰ ਆਇਆ ਕਿਉਂ ਨਹੀਂ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹੈ, ਪੈਰ ਕਿਵੇਂ ਪੱਟ ਦਾਂਗੇ। ਇਹ ਹੱਠ ਨਹੀਂ, ਕਈ ਕਹਿਣਗੇ ਹੱਠ ਹੈ, ਨਾ, ਇਹ ਗੁਰੂ ਦੇ ਬਚਨ ਦੇ ਹੁਕਮ 'ਤੇ ਫੁੱਲ ਚੜਾਉਣੇ ਨੇ, ਉਹਨਾਂ ਦੇ ਹੁਕਮ 'ਤੇ ਪਹਿਰਾ ਦੇਣਾ ਹੈ। ਮਹਾਰਾਜ ਤੁਹਾਡੇ ਲਈ ਜਾਨ ਕੁਰਬਾਨ ਹੈ, ਖੜਨਾ ਤਾਂ ਕਿੱਡੀ ਕੁ ਦੂਰ ਹੈ। ਇੱਕ ਵਾਰੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਭਾਈ ਝੰਡਾ ਜੀ ਨੂੰ, ਕਿ ਜਾਓ ਸਿੱਖਾਂ ਨੂੰ ਹੁਕਮ ਕਰੋ, ਸਿੱਖਾਂ ਨੂੰ ਦੱਸ ਦਿਓ ਲੰਗਰ ਲਈ ਲੱਕੜਾਂ ਜੰਗਲ 'ਚੋਂ ਲੈ ਕੇ ਆਉਣ। ਅਤੇ ਜਦੋਂ ਭਾਈ ਝੰਡਾ ਜੀ ਵੀ ਨਹੀਂ ਮੁੜੇ, ਸ਼ਾਮ ਨੂੰ ਜਦੋਂ ਆਏ ਸਾਰੇ ਸਿੱਖ ਲੱਕੜਾਂ ਲੈ ਕੇ, ਅਤੇ ਉਹ ਵੀ ਪੰਡ ਚੱਕੀ ਆਉਂਦੇ ਨੇ, ਤਾਂ ਗੁਰੂ ਜੀ ਨੇ ਕਿਹਾ ਮੈਂ ਤਾਂ ਤੈਨੂੰ ਕਿਹਾ ਸੀ ਸਿੱਖਾਂ ਨੂੰ ਕਹਿ ਦੇ। ਕਹਿੰਦੇ ਮਹਾਰਾਜ
ਦਾਸ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਵੀ ਲੱਗਿਆ ਵੀ ਸ਼ਾਇਦ ਮੈਂ ਵੀ ਸਿੱਖਾਂ ਤੁਹਾਡਾ ਤੇ ਲੈ ਆਵਾਂ। ਮਤਲਬ ਇਹੋ ਜਿਹੀ ਭਾਵਨਾ ਵਾਲੇ ਬੰਦੇ। ਇੱਕ ਹੋਰ ਜਿਹੜੀ ਆਪਾਂ ਆਮ ਸੁਣਦੇ ਹਾਂ ਉਹ ਕਿੱਥੋਂ ਆਈ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇਹ ਘਟਨਾ ਸੁਣਦੇ ਹੈਗੇ ਆ, ਪਰ ਕਈਆਂ ਨੂੰ ਪਤਾ ਨਹੀਂ ਹੋਊਗਾ ਵੀ ਇਹ ਚੱਲੀ ਕਿੱਥੋਂ ਹੈ। 6ਵੇਂ ਗੁਰੂ ਪਾਤਸ਼ਾਹ ਦੇ ਵੇਲੇ ਤੋਂ ਹੈ। ਸਿੱਖ ਸੰਗਤਾਂ ਕੋਲੇ ਏਰੀਏ ਦੇ ਵਿੱਚ ਜਿਹੜੀ ਵੀ ਚੀਜ਼ ਵਧੀਆ ਹੁੰਦੀ ਸੀ, ਜਿਹੜੀ ਵੀ ਚੀਜ਼, ਚਾਹੇ ਉਹ ਘੋੜਾ ਹੈ, ਚਾਹੇ ਖਾਣ ਪੀਣ ਦੀ ਹੈ, ਚਾਹੇ ਕੋਈ ਵਸਤਰ ਹੈ, ਚਾਹੇ ਕੋਈ ਗਲੀਚਾ, ਕੁਛ ਵੀ, ਉਹ ਚਾਹੁੰਦੇ ਸੀ ਸਾਡੇ ਗੁਰੂ ਕੋਲੇ ਹੋਵੇ, ਅਸੀਂ ਗੁਰੂ ਨੂੰ ਭੇਟ ਕਰੀਏ। ਤਾਂ ਹੀ ਤਾਂ ਘੋੜੇ ਵੀ ਲੈ ਕੇ ਆਏ ਤੇ ਨਾ ਕਾਬਲ ਦੇ, ਦਿਲਬਾਗ ਤੇ ਗੁਲਬਾਗ, ਜਿਨ੍ਹਾਂ ਪਿੱਛੇ ਫਿਰ ਜੰਗ ਵੀ ਲੜਨੀ ਪਈ ਸੀ। ਇੱਕ ਜੰਗ ਉਹਨਾਂ ਪਿੱਛੇ ਵੀ ਹੋਈ ਹੈ, ਬਾਜ ਪਿੱਛੇ। ਮਤਲਬ ਹਰ ਗੱਲ ਤੇ ਬਹਾਨਾ ਭਾਲਦਾ ਸੀ ਬਾਦਸ਼ਾਹ। ਤਾਂ ਇੱਕ ਵਾਰੀ ਸੰਗਤ ਆ ਰਹੀ ਹੈ, ਉਹ ਸ਼ਹਿਦ ਲੈ ਕੇ ਆਏ, ਬਹੁਤ ਸੋਹਣਾ। ਉਸ ਏਰੀਏ 'ਚ ਸ਼ਹਿਦ ਸੀ ਤੇ ਸਿੰਘ ਸ਼ਹਿਦ ਲੈ ਕੇ ਆਏ ਤੇ ਗੁਰੂ ਪਾਤਸ਼ਾਹ ਨੂੰ ਭੇਟ ਕਰਨ ਦੇ ਲਈ। ਸੰਗਤ ਜਦੋਂ ਆਉਂਦੀ, ਕਾਫਲਿਆਂ ਦੇ ਰੂਪ 'ਚ ਆਉਂਦੀ, ਕਈ ਵਾਰੀ ਕਈ ਇਲਾਕਿਆਂ ਦੀ ਸੰਗਤ ਜਿਹੜਾ ਰਾਹ ਦੇ ਵਿੱਚ ਵਿਸ਼ਰਾਮ ਕਰਨਾ ਹੁੰਦਾ, ਇਕੱਠੇ ਹੋ ਜਾਂਦੇ ਧਰਮਸ਼ਾਲਾਵਾਂ ਦੇ ਵਿੱਚ, ਜੋ ਸਰਾਵਾਂ ਬਣੀਆਂ ਹੁੰਦੀਆਂ ਸੀ, ਕਿਉਂਕਿ ਕਿਹੜਾ ਬੱਸਾਂ ਟਰੱਕਾਂ 'ਤੇ ਵੀ ਇੱਕ ਦਿਨ 'ਚ ਪਹੁੰਚ ਜਾਂਗੇ, ਲੰਮਾ ਸਮਾਂ ਤੁਰ ਕੇ, ਘੋੜਿਆਂ 'ਤੇ, ਗੱਡਿਆਂ 'ਤੇ, ਜਾਂ ਜਿਹਦੇ ਕੋਲ ਜੋ ਵੀ ਹੁੰਦਾ। ਉੱਥੇ ਜਦੋਂ ਇੱਕ ਦੂਜੇ ਨੂੰ ਦਿਖਾਉਂਦੇ ਵੀ ਗੁਰੂ ਪਾਤਸ਼ਾਹ ਲਈ ਅਸੀਂ ਆਹ ਭੇਟਾ ਲੈ ਕੇ ਚੱਲੇ, ਆਹ ਭੇਟਾ ਲੈ ਕੇ ਚੱਲੇ ਹਾਂ। ਤਾਂ ਉਹ ਸੰਗਤ ਨੇ ਵੀ ਦਿਖਾਇਆ ਕਿ ਅਸੀਂ ਆਹ ਗੁਰੂ ਪਾਤਸ਼ਾਹ ਲਈ ਸਪੈਸ਼ਲ ਮਰਤਬਾਨ, ਜੋ ਕਾਫੀ ਵੱਡਾ ਜੋ ਵੀ ਹੋਊਗਾ, ਭਰ ਕੇ ਲੈ ਕੇ ਚੱਲੇ ਨੇ, ਬੜਾ ਸ਼ੁੱਧ ਕਰਕੇ ਉਹ ਵੀ ਲੈ ਕੇ ਚੱਲੇ। ਤੇ ਕਹਿੰਦੇ ਉੱਥੇ ਭਾਈ ਕੱਟੂ ਸ਼ਾਹ ਜੀ ਸੀਗੇ, ਜਿਹੜੇ ਕਿ ਥੋੜ੍ਹੇ ਜਿਹੇ ਬਿਮਾਰ ਸੀ, ਖੰਘ ਬਹੁਤ ਜ਼ਿਆਦਾ ਛਿੜੀ ਉਹਨਾਂ ਨੂੰ। ਤੇ ਉਹ ਖੰਘ ਛਿੜੀ ਤਾਂ ਉਹਨਾਂ ਨੇ ਕਿਹਾ, ਉਹ ਸੰਗਤ ਕੋਲੇ ਗਏ ਜਿਹੜੀ ਸ਼ਹਿਦ ਲੈ ਕੇ ਆ ਰਹੀ ਸੀ, ਕਿ ਮੈਨੂੰ ਥੋੜ੍ਹਾ ਜਿਹਾ ਸ਼ਹਿਦ ਦੇ ਦਿਓ, ਮੈਨੂੰ ਖੰਘ ਨਹੀਂ ਰੁਕ ਰਹੀ। ਸਾਰੇ ਸਿੱਖ ਉਹਨੂੰ ਬੋਲਣ ਲੱਗੇ, ਤੈਨੂੰ ਸ਼ਰਮ ਨਹੀਂ ਆਉਂਦੀ, ਗੁਰੂ ਦੀ ਚੀਜ਼ ਤੂੰ ਮੰਗ ਰਿਹਾ, ਤੈਨੂੰ ਪਤਾ ਨਹੀਂ ਪਹਿਲਾਂ ਗੁਰੂ ਪਾਤਸ਼ਾਹ ਦੇ ਭੇਟ ਹੋਊਗੀ, ਤੈਨੂੰ ਇਹ ਨਹੀਂ ਪਤਾ ਕਿ ਗੁਰੂ ਦੇ ਲੈ ਕੇ ਚੱਲਿਆ, ਤੂੰ ਸੋਚਿਆ ਵੀ ਕਿਵੇਂ? ਮਾੜਾ ਚੰਗਾ ਸੁਣਾ ਕੇ ਉਹਨੂੰ, ਉਹ ਖੰਘਦਾ ਰਿਹਾ ਸਾਰੀ ਰਾਤ, ਉਹਨੂੰ ਸ਼ਹਿਦ ਨਹੀਂ ਦਿੱਤਾ। ਹੌਲੀ ਹੌਲੀ ਗੁਰੂ ਪਾਤਸ਼ਾਹ ਕੋਲੇ ਪਹੁੰਚ ਗਏ, ਭੇਟਾਵਾਂ ਦੇਣ ਲੱਗੇ। ਹੁਣ ਇਹਨੂੰ ਕਰਾਮਾਤ ਨਾਲ ਨਹੀਂ ਜੋੜਨਾ ਕਿ ਗੁਰੂ ਜੀ ਨੂੰ ਪਤਾ ਲੱਗ, ਗੁਰੂ ਪਾਤਸ਼ਾਹ ਕੋਲੇ ਹਰ ਥਾਂ ਦੀ ਖਬਰ ਪਹੁੰਚਦੀ ਸੀ, ਕਿਉਂਕਿ ਉਹਨਾਂ ਦੇ ਬੰਦੇ ਹਰ ਥਾਂ 'ਤੇ ਸੀ। ਉਹ ਚੰਗੀ ਮਾੜੀ, ਕਿਉਂਕਿ ਜਿਹੜਾ ਲੀਡਰ ਹੁੰਦਾ ਨਾ, ਉਹ ਅੱਖਾਂ ਵਿੱਚ ਕੇ ਨਹੀਂ ਬਹਿੰਦਾ ਹੁੰਦਾ, ਉਹ ਪੂਰੀ ਗੌਰ ਰੱਖਦਾ ਹੁੰਦਾ ਕਿੱਥੇ ਕੀ ਹੋ ਰਿਹਾ। ਸੋ ਗੁਰੂ ਜੀ ਨੂੰ ਹਰ ਘਟਨਾ ਦਾ ਪਤਾ ਲੱਗਦਾ ਸੀ, ਪਹੁੰਚਦਾ ਸੀ। ਤੇ ਇਹ ਗੱਲ ਵੀ ਪਹੁੰਚ ਗਈ ਗੁਰੂ ਪਾਤਸ਼ਾਹ ਕੋਲੇ। ਤੇ ਜਦੋਂ ਸੰਗਤਾਂ ਭੇਟਾ ਕਰਨ ਲੱਗੀਆਂ ਨੇ ਚੀਜ਼ਾਂ, ਹਾਂਜੀ ਭਾਈ ਕੱਟੂ ਜੀ, ਤੇ ਜਦੋਂ ਸੰਗਤਾਂ ਭੇਟਾ ਕਰਨ ਲੱਗੀਆਂ ਨੇ ਚੀਜ਼ਾਂ, ਉਹ ਸ਼ਹਿਦ ਵੀ ਜਦੋਂ ਭੇਟਾ ਕੀਤਾ, ਗੁਰੂ ਪਾਤਸ਼ਾਹ ਕਹਿੰਦੇ ਭਾਈ ਆਹ ਕੀ ਹੈ? ਪਤਾ ਤਾਂ ਸੀ। ਕਹਿੰਦੇ ਭਾਈ ਆਹ ਕੀ ਹੈ? ਕਹਿੰਦੇ ਮਹਾਰਾਜ ਤੁਹਾਡੇ ਲਈ ਸ਼ਹਿਦ ਲੈ ਕੇ ਆਏ ਆ। ਤਾਂ ਹਜ਼ੂਰ ਨੇ ਪਤਾ ਕੀ ਕਿਹਾ ਸੀ? ਕਹਿੰਦੇ ਜਦੋਂ ਮੇਰਾ ਜੀ ਕਰਦਾ ਸੀ ਖਾਣ ਨੂੰ, ਉਹ ਤਾਂ ਮੈਨੂੰ ਦਿੱਤਾ ਨਹੀਂ। ਕਹਿੰਦੇ ਮਹਾਰਾਜ ਤੁਹਾਡਾ ਕੀ ਜੋ ਜੀ ਕਰਦਾ? ਕਹਿੰਦਾ ਮੈਂ ਤਾਂ ਮੰਗਦਾ ਰਿਹਾ, ਮੈਂ ਤਾਂ ਸਾਰੀ ਰਾਤ ਮੰਗੀ ਗਿਆ। ਹੁਣ ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਇਹ ਹੈ ਕਿ ਮੈਂ ਸਿੱਖਾਂ 'ਚ ਵਸਦਾ, ਮੈਂ ਤੇ ਸਿੱਖ ਅੱਡ ਅੱਡ ਨਹੀਂ। ਤੁਸੀਂ ਮੇਰੇ ਮੂੰਹ 'ਚ ਨਹੀਂ, ਲੋੜਵੰਦ ਦੇ ਮੂੰਹ 'ਚ ਪਾਓ। ਉੱਥੇ ਪਾਤਸ਼ਾਹ ਨੇ ਕਿਹਾ ਸੀ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਜੋ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ, ਮੇਰੇ ਸਿੱਖਾਂ ਨੂੰ ਦੇ ਦਿਓ। ਉਹ ਮੇਰੇ ਕੋਲੇ ਪਹੁੰਚ ਗਿਆ। ਯਾਰ ਲੋੜਵੰਦ ਨੂੰ ਛੱਡ ਕੇ ਅੱਜ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ, ਰਸਤੇ 'ਚ ਕੋਈ ਭੁੱਖਾ ਬੈਠਾ ਹੈ, ਉਹ ਨਹੀਂ। ਪਰ ਬਹੁਤ ਥਾਵਾਂ 'ਤੇ ਹੁਣ ਬਦਲ ਚੁੱਕਿਆ ਰੁਝਾਨ। ਗੁਰੂ ਘਰਾਂ ਨੇ ਬਹੁਤ ਇਸ ਦੌਰ ਦੇ ਵਿੱਚ ਵੀ ਤੇ ਵਿਦੇਸ਼ਾਂ 'ਚ ਖਾਸ ਕਰਕੇ ਆਪਣੇ ਆਪ ਨੂੰ ਸੁਧਾਰਨਾ ਸ਼ੁਰੂ ਕੀਤਾ ਔਰ ਲੋੜਵੰਦਾਂ ਦੀ ਖੁੱਲ੍ਹ ਕੇ ਮਦਦ ਕਰ ਰਹੇ ਨੇ। ਦੁਨੀਆ ਦੇ ਵਿੱਚ ਇਸ ਚੀਜ਼ ਦੇ ਹੁਣ ਡੰਕੇ ਵੱਜਣੇ ਸ਼ੁਰੂ ਹੋ ਚੁੱਕੇ ਨੇ। ਇਹਨੂੰ ਹੋਰ ਵੱਡੇ ਲੈਵਲ 'ਤੇ ਪਹੁੰਚਾਉਣ ਦੀ ਜ਼ਰੂਰਤ ਹੈ। ਆਪਾਂ ਫੇਰ ਸਾਂਝ ਕਰਾਂਗੇ। ਸੋ ਗੁਰੂ ਨੇ ਗੱਲ ਕਹੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਯਾਰ ਮੈਨੂੰ ਨਹੀਂ, ਮੇਰੇ ਸਿੱਖਾਂ ਨੂੰ, ਗੁਰੂ ਨਾਨਕ ਦੇ ਸਿੱਖਾਂ ਨੂੰ, ਹਰ ਸਿੱਖ ਦੇ ਵਿੱਚ ਗੁਰੂ ਵਸਦਾ ਹੈ। ਅੱਜ ਵੀ ਲੋੜ ਹੈ ਆਪਾਂ ਨੂੰ ਕਿ ਇਹ ਨਾ ਦੇਖੀਏ ਕਿ ਕਿੱਥੇ ਹੈ। ਗਰੀਬ ਦਾ ਮੂੰਹ ਹੈ ਜਿਹੜਾ ਨਾ, ਉਹ ਗੁਰੂ ਦੀ ਗੋਲਕ ਹੈ। ਇਹ ਬੜੀ ਵੱਡੀ ਗੱਲ ਸੀ। ਸਮਾਂ ਕਿੰਨਾ ਕੁ ਹੋ ਗਿਆ ਪਹਿਲਾਂ? 10 ਮਿੰਟ। ਅੱਛਾ। ਸੋ ਗੁਰੂ ਪਾਤਸ਼ਾਹ ਨੇ ਪ੍ਰਚਾਰ ਵੀ ਕੀਤਾ। ਤੁਹਾਨੂੰ ਦੱਸਿਆ ਵੀ 3-4 ਜੰਗਾਂ ਤਾਂ ਵੱਡੀਆਂ ਲੜੀਆਂ ਤੇ ਛੋਟੀਆਂ ਛੋਟੀਆਂ ਝੜਪਾਂ ਉਹਨਾਂ ਦੀਆਂ ਕਈ ਵਾਰੀ ਹੋਈਆਂ ਨੇ। ਪਰ ਜਿਹੜਾ ਸੂਰਮਾ ਚੜ ਕੇ ਆਇਆ, ਸੁੱਕਾ ਨਹੀਂ ਗਿਆ। ਉਹ ਸ਼ਾਹ ਸਵਾਰ ਦੇ ਸਾਹਮਣੇ ਨਗਾਰਾ ਖੜਕਦਾ ਰਹਿੰਦਾ ਸੀ, ਬਾਦਸ਼ਾਹੀ ਦਾ ਪ੍ਰਤੀਕ। ਤੇ ਜਿਹੜੀਆਂ ਚੀਜ਼ਾਂ, ਇਹ 2200 ਘੋੜ ਸਵਾਰ ਤਾਂ ਪੱਕੇ ਹੀ ਆ ਗਏ ਨਾ ਗੁਰੂ ਪਾਤਸ਼ਾਹ ਕੋਲੇ। ਬਾਜ ਉਹਨਾਂ ਨੇ ਪੱਕਾ ਰੱਖਿਆ। ਤਾਜ, ਜਿਹਨੂੰ ਕਲਗੀ ਕਹਿੰਦੇ ਆਪਾਂ, ਤਖਤ, ਉੱਤੇ ਬਹਿ ਕੇ ਫੈਸਲੇ ਕਰਦੇ। ਇਲਾਕਿਆਂ ਦੇ ਫੈਸਲੇ, ਹਾਂਜੀ ਹਾਂਜੀ ਥੈਂਕ ਯੂ, ਇਲਾਕਿਆਂ ਦੇ ਫੈਸਲੇ, ਲੋਕਾਂ ਦੇ ਝਗੜਿਆਂ ਦੇ ਫੈਸਲੇ ਪਾਤਸ਼ਾਹ ਕਰਦੇ ਸੀ। ਤੇ ਗੁਰੂ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ, ਦੁਨੀਆ ਦੇ ਤਖਤ 'ਤੇ ਬੈਠੇ ਨੂੰ ਝੂਠਾ ਬਾਦਸ਼ਾਹ ਕਹਿੰਦੇ ਤੇ।
ਕਿਉਂ? ਹੈ ਵੀ ਝੂਠਾ ਸੀ। ਉਹ ਉਦੋਂ ਵੀ ਝੂਠੇ ਸੀ, ਅੱਜ ਵੀ ਝੂਠੇ ਨੇ। ਲੋਕਾਂ ਨੂੰ ਲੁੱਟਣ ਦੀਆਂ ਗੱਲਾਂ ਹੁੰਦੀਆਂ ਨੇ, ਲੋਕਾਂ ਲਈ ਥੋੜ੍ਹੀ ਕੋਈ ਗੱਲ ਹੁੰਦੀ ਹੈ। ਫੈਸਲਾ ਤੁਹਾਨੂੰ ਲੱਗਦਾ ਕਿ ਕਦੇ ਇਨਸਾਫ ਮਿਲਦਾ ਆਮ ਬੰਦੇ ਨੂੰ? ਨਹੀਂ ਮਿਲਦਾ। ਪਰ ਇੱਥੇ ਹੀ ਮਿਲਦਾ ਤੇ ਚਾਹੇ ਆਪਦਾ ਬੰਦਾ ਹੈ, ਜੇ ਉਹ ਗਲਤ ਹੈ ਤਾਂ ਗਲਤ ਹੈ, ਸਹੀ ਹੈ ਤਾਂ ਸਹੀ ਹੈ। ਪਹਿਲੀ ਗੱਲ ਤਾਂ ਆਉਂਦੀ ਉਹ ਤੇ ਜਿਹੜੇ ਗੁਰੂ ਦੇ ਸ਼ਰਧਾਲੂ ਜਾਂ ਸਿਰ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਰੱਖਿਆ ਹੋਇਆ ਸੀ ਵੀ ਮਹਾਰਾਜ ਜੋ ਹੁਕਮ ਕਰ ਦੋਗੇ ਬਸ ਸਿਰ ਮੱਥੇ ਹੈ। ਜਹਾਂਗੀਰ ਦੇ ਨਾਲ ਜਦੋਂ ਮੁਲਾਕਾਤ ਹੋਈ ਹੈ ਦਿੱਲੀ ਦੇ ਵਿੱਚ, ਰਸਤੇ 'ਚ ਉਹਨਾਂ ਨੇ ਪੜਾਅ ਕੀਤੇ ਹੋਏ ਨੇ, ਉੱਥੇ ਇੱਕ ਸਿੱਖ ਆਇਆ ਜਿਹਨੇ ਗੁਰੂ ਨਾਨਕ ਦੇ ਦਰ ਬਾਰੇ ਸੁਣਿਆ ਬਹੁਤ ਹੋਇਆ ਸੀ। 6ਵੇਂ ਪਾਤਸ਼ਾਹ ਨੂੰ ਮਿਲਿਆ ਨਹੀਂ ਸੀ, ਉਹ ਦੇਖਿਆ ਨਹੀਂ ਸੀ। ਸੁਣਿਆ ਸੀ ਕਿ ਹੁਣ ਪਾਤਸ਼ਾਹ ਕਲਗੀਆਂ ਲਾਉਂਦੇ ਨੇ, ਹੁਣ ਬਾਦਸ਼ਾਹਾਂ ਵਾਂਗੂ ਰਹਿੰਦੇ ਨੇ। ਬਹੁਤ ਗਰੀਬ ਸੀ। ਉਹਨੇ ਕਿੰਨੇ ਹੀ ਸਾਲਾਂ ਤੋਂ 2 ਪੈਸੇ ਜੇਬ 'ਚ ਰੱਖੇ ਹੋਏ ਤੇ। ਉਹਨਾਂ ਵੇਲਿਆਂ 'ਚ ਪੈਸਾ ਤੁਹਾਨੂੰ ਪਤਾ ਹੁੰਦਾ ਹੀ ਨਹੀਂ ਸੀ ਕਿਸੇ ਕੋਲੇ, ਪਰ ਉਸ ਵੇਲੇ ਦੇ 2 ਪੈਸੇ ਉਹਨੇ ਜੇਬ 'ਚ ਰੱਖੇ ਹੋਏ ਸੀ। ਘਾਹ ਖੋਤਦਾ ਸੀ। ਉਹਨੇ ਉਸ ਦਿਨ ਪਤਾ ਲੱਗਿਆ ਗੁਰੂ ਜੀ ਇੱਥੇ ਆਏ ਹੋਏ ਨੇ। ਉਹਨੇ ਬਹੁਤ ਸੋਹਣਾ ਘਾਹ ਖੋਤ ਕੇ ਲਿਆਂਦਾ, ਇੱਕ ਪੰਡ, ਕਿ ਮੈਂ ਗੁਰੂ ਜੀ ਨੂੰ ਮੱਥਾ ਟੇਕਿਆ ਵਾਂ, ਨਾਲੇ ਉਹਨਾਂ ਦੇ ਘੋੜੇ ਲਈ ਘਾਹ ਲੈ ਕੇ ਜਾਵਾਂ। 2 ਉਹ ਪੈਸੇ ਜੇਬ 'ਚ ਪਾਏ ਹੋਏ। ਪਹਿਲਾਂ ਜਹਾਂਗੀਰ ਦਾ ਦਰਬਾਰ ਸੀ, ਤੰਬੂ ਲੱਗਿਆ ਹੋਇਆ ਸੀ, ਅੱਗੇ ਗੁਰੂ ਪਾਤਸ਼ਾਹ ਦਾ। ਉਹਨੇ ਉਹਦੇ ਫੌਜੀਆਂ ਨੂੰ ਪੁੱਛਿਆ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹਨਾਂ ਨੇ ਪਹਿਲਾਂ ਤਾਂ ਘੂਰ ਕੇ ਦੇਖਿਆ ਵੀ ਕੌਣ ਇਹ, ਕਿੱਥੋਂ ਆ ਗਿਆ, ਲਿਬੜਿਆ ਤੇ ਬੜਿਆ ਜਾ। ਉਹ ਕਹਿੰਦੇ ਨਹੀਂ ਮਿਲ ਸਕਦਾ। ਉਹ ਕਹਿੰਦਾ ਜੀ ਮੈਂ ਤਾਂ ਮਿਲਣਾ। ਚਲੋ ਉਹਨਾਂ ਨੇ ਭੇਜਤਾ ਅੱਗੇ। ਤੰਬੂ ਮੂਹਰੇ ਫੇਰ ਅੰਗ ਰੱਖੇ ਕਿ ਉਹਦੇ ਬਾਡੀਗਾਰਡ ਖੜੇ ਤੇ। ਉਹ ਕਹਿੰਦੇ ਹਾਂ। ਉਹ ਕਹਿੰਦਾ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹ ਕਹਿੰਦੇ ਟਾਈਮ ਨਹੀਂ ਹੈਗਾ ਨਾ, ਤੂੰ ਮਿਲ ਸਕਦਾ, ਚੱਲ ਇੱਥੋਂ। ਪੁੱਠਾ ਸਿੱਧਾ ਬੋਲਣ ਲੱਗੇ। ਜਹਾਂਗੀਰ ਨੇ ਸੁਣ ਲਿਆ। ਉਹ ਕਹਿੰਦਾ ਭੇਜ ਦਿਓ। ਉਹ ਗਿਆ ਅੰਦਰ, ਦੇਖ ਕੇ ਹੱਥ ਜੋੜੇ, ਫਤਿਹ ਬੁਲਾਈ, ਬਹੁਤ ਅਧੀਨਗੀ ਨਾਲ ਪੈਰਾਂ 'ਚ ਸਿਰ ਰੱਖ ਕੇ ਮੱਥਾ ਟੇਕਿਆ, 2 ਪੈਸੇ ਰੱਖੇ ਤੇ ਘਾਹ ਦੀ ਪੰਡ ਰੱਖੀ। ਸੱਚੇ ਪਾਤਸ਼ਾਹ ਤੁਹਾਡੇ ਲਈ ਲੈ ਕੇ ਆਇਆ। ਜਹਾਂਗੀਰ ਸਮਝ ਗਿਆ ਵੀ ਇਹ ਮੇਰੇ ਲਈ ਨਹੀਂ ਆਇਆ, ਇਹ ਉੱਧਰ ਲਈ ਆਇਆ, ਕਿਉਂਕਿ ਸੱਚਾ ਪਾਤਸ਼ਾਹ ਕਹਿ ਰਿਹਾ। ਪਰ ਉਹਦਾ ਇੰਨਾ ਪਿਆਰ ਦੇਖ ਕੇ, ਇੰਨਾ ਸਮਰਪਣ ਭਾਵਨਾ ਉਹਨੇ ਦੇਖੀ ਵੀ ਇੰਨੇ ਰਿਸਪੈਕਟ ਨਾਲ ਤਾਂ ਮੇਰੇ ਵਾਲੇ ਨਹੀਂ ਮਿਲਦੇ ਮੈਨੂੰ, ਉਹ ਵੀ ਫਾਰਮੈਲਿਟੀ ਕਰਦੇ ਨੇ। ਉਹ ਕਹਿੰਦਾ ਯਾਰ ਤੂੰ ਮੰਗ ਕੀ ਮੰਗਣਾ? ਤੈਨੂੰ ਨੌਕਰੀ ਦਈਏ ਫੌਜ 'ਚ? ਤੈਨੂੰ ਕੋਈ ਛੋਟਾ ਮੋਟਾ ਰੁਜ਼ਗਾਰ ਹੋਰ ਦੇ ਦਿੰਦੇ ਆ, ਇੱਕ ਅੱਧਾ ਪਿੰਡ ਕੋਈ ਜਗੀਰ ਜਗੂਰ ਦੇ ਦਿੰਦੇ ਆ, ਤੈਨੂੰ ਦੱਸ ਕੀ ਮੰਗਣਾ? ਉਹ ਦੇਖਿਆ ਉਹਨੇ ਵੀ ਇਹ ਗੜਬੜ ਲੱਗਦੀ ਹੈ ਕੁਛ। ਫਿਰ ਦਿਮਾਗ 'ਚ ਆਇਆ ਵੀ ਜਿਹੜੇ ਫੌਜੀ ਜੇ ਬਾਹਰ ਖੜੇ ਤੇ ਉਹ ਵੀ ਮੈਨੂੰ ਗਲਤ ਲੱਗੇ। ਉਹ ਕਹਿੰਦਾ ਇਹ ਗਲਤ ਆ ਗਿਆ। ਉਹਨੇ 2 ਪੈਸੇ ਚੱਕ ਲਏ ਤੇ ਪੰਡ ਕਣੀ ਨੂੰ ਤੁਰ ਪਿਆ। ਜਹਾਂਗੀਰ ਕਹਿੰਦਾ 1 ਮਿੰਟ ਗੱਲ ਸੁਣ, ਤੈਨੂੰ ਪਤਾ ਬਾਦਸ਼ਾਹ ਦੇ ਮੂਹਰੇ ਰੱਖੀ ਹੋਈ ਚੀਜ਼ ਚੱਕਣ ਦਾ ਅੰਜਾਮ ਕੀ ਹੈ? ਸਿਰ ਕਲਮ ਹੋਣਾ। ਉਹ ਕਹਿੰਦਾ ਜੀ ਸਿਰ ਤਾਂ ਮੇਰੇ ਗੁਰੂ ਦਾ ਹੈ, ਇਹਦੀ ਪਰਵਾਹ ਨਹੀਂ ਕਲਮ ਕਲਮ ਹੋਣ ਦੀ। ਇਹ ਸ਼ਰਧਾ ਤੇ ਸਤਿਕਾਰ ਉੱਧਰ ਹੈ। ਤੁਰ ਪਿਆ ਤੇ ਜਹਾਂਗੀਰ ਬੋਲਿਆ ਨਹੀਂ, ਕਿਉਂਕਿ ਉਹ ਸਮਝ ਗਿਆ ਸੀ ਗੁਰੂ ਸਾਹਿਬ ਨਾਲ ਰਹਿ ਕੇ ਵੀ ਇਹ ਸਿੱਖਾ ਮੁੜਨ ਵਾਲੇ ਨਹੀਂ। ਤੇ ਜਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ। ਮਹਾਰਾਜ ਕਹਿੰਦਾ ਚੰਗੇ ਬੰਦੇ ਹੋ, ਮੇਰੇ ਇਮਤਿਹਾਨ ਲੈਂਦੇ ਤੇ, ਜਗੀਰਾਂ ਦਾ ਲਾਲਚ ਦਿੰਦੇ ਤੇ, ਨੌਕਰੀਆਂ ਦਾ ਲਾਲਚ ਦਿੰਦੇ ਤੇ ਮੈਨੂੰ ਭਟਕਾਉਣ ਲਈ। ਮੈਂ ਨਹੀਂ ਭਟਕਦਾ, ਤੁਹਾਡੇ ਚਰਨਾਂ 'ਚ ਹਾਂ। ਮੈਨੂੰ ਨਹੀਂ ਚਾਹੀਦੀਆਂ ਜਗੀਰਾਂ ਜਗੂਰਾਂ, ਮੈਨੂੰ ਨਹੀਂ ਚਾਹੀਦੀਆਂ ਨੌਕਰੀਆਂ, ਮੈਨੂੰ ਤੁਸੀਂ ਚਾਹੀਦੇ ਹੋ। ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਮੈਨੂੰ ਪਤਾ ਤੁਸੀਂ ਇਮਤਿਹਾਨ ਲੈ ਰਹੇ ਤੇ ਮੇਰਾ ਉੱਧਰ ਭੇਜ ਕੇ। ਇਹ ਭਾਵਨਾ ਸੀ, ਇਹ ਸਤਿਕਾਰ ਸੀ, ਇਹ ਸ਼ਰਧਾ ਸੀ ਉਹਨਾਂ ਦੀ। ਤੇ ਗੁਰੂ ਜੀ ਨੇ ਮੱਥਾ ਚੁੰਮ ਕੇ ਨਾਲ ਲਾਇਆ ਸੀ। ਕਹਿੰਦੇ ਬਸ ਤੇਰੇ ਵਰਗੇ ਜਿਸ ਕੌਮ 'ਚ ਹੋਣ, ਜਿਹੜੇ ਨਾ ਡੋਲਣ ਵਾਲੇ, ਨਾ ਵਿਕਣ ਵਾਲੇ, ਨਾ ਕੋਈ ਖਰੀਦ ਸਕੇ ਉਹਨਾਂ ਨੂੰ, ਜਦੋਂ ਇਹੋ ਜਿਹੇ ਹੋਣਗੇ ਨਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੰਜ਼ਿਲੇ ਮਕਸੂਦ ਤੱਕ ਪਹੁੰਚਾਂਗੇ। ਸੋ ਇਹ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਕਮਾਲ ਦੀ ਸਾਨੂੰ ਸੇਧ ਦਿੱਤੀ, ਉਹਨਾਂ ਸਮਿਆਂ 'ਚ ਜਦੋਂ ਸ਼ਾਂਤੀ ਦਾ ਹੁਣ ਸਮਾਂ ਹੀ ਨਹੀਂ ਰਹਿ ਗਿਆ ਸੀ। ਹੁਣ ਕਹਿੰਦੇ ਨੇ ਗਰਮੀ ਆ ਗਈ ਤੀ, ਔਰ ਸਿੱਖ ਵੀ ਚਾਹੁੰਦੇ ਸੀ ਹੁਣ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ, ਹੁਣ ਐਂ ਨਹੀਂ ਮੁੜਨਾ। ਸੋ ਉਸ ਵੇਲੇ ਅਗਵਾਈ ਕੀਤੀ ਹੈ 6ਵੇਂ ਗੁਰਦੇਵ ਨੇ, ਉਸ ਯੋਧੇ ਨੇ ਜਿਹੜਾ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਵਾਕਈ ਪਰਉਪਕਾਰੀ ਸੀ। ਦੇਖ ਕੇ ਭੁੱਖ ਲੈਂਦੀ ਸੀ। ਜਦੋਂ ਆ ਕੇ ਪੁੱਛਿਆ ਸੀ ਨਾ ਸਮਰੱਥ ਨੇ, ਸਮਰੱਥ ਰਾਮਦਾਸ ਨੇ, ਉਹਦਾ ਨਾਮ ਸੀ ਸਮਰੱਥ ਰਾਮਦਾਸ। ਉਹਨੇ ਆ ਕੇ ਪੁੱਛਿਆ ਸੀ, ਕਹਿੰਦਾ ਇਹ ਹਥਿਆਰ ਸ਼ਸਤਰ ਤੁਸੀਂ ਵਿਆਹ ਕਰਾਈ ਫਿਰਦੇ ਹੋ? ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਦੀ ਗੱਦੀ ਫਕੀਰਾਂ ਦੀ ਗੱਦੀ ਹੈ। ਤੁਸੀਂ ਵਿਆਹ ਕਿਰਪਾਨਾਂ 2-2 ਵਾਰ ਰੱਖੀਆਂ ਨੇ ਇੱਕ ਦੀ ਥਾਂ 'ਤੇ, ਕਲਗੀਆਂ ਸਜਾਈ ਬੈਠੇ ਹੋ, ਦੌਲਤਾਂ ਦੇ ਭੰਡਾਰ ਲਾਈ ਬੈਠੇ ਹੋ, ਮੱਥੇ ਟੇਕਦੇ ਨੇ, ਆਹ ਬਾਲ ਬੱਚੇ ਫਿਰਦੇ ਨੇ। ਇਹ ਗੱਲ ਸਮਝ ਨਹੀਂ ਆਈ। ਤਾਂ ਗੁਰਦੇਵ ਨੇ ਜਵਾਬ ਦਿੱਤਾ ਸੀ, ਕਹਿੰਦੇ ਦੌਲਤ ਗੁਜ਼ਰਾਨ, ਦੌਲਤ ਹੈ ਜਿਹੜੀ ਇਹ ਗੁਜ਼ਾਰਾ ਕਰਨ ਲਈ ਜ਼ਰੂਰੀ ਹੈ। ਦੌਲਤ ਗੁਜ਼ਰਾਨ, ਔਰਤ ਈਮਾਨ, ਤੁਹਾਡਾ ਈਮਾਨ ਪਰਖਿਆ ਜਾਂਦਾ ਹੈ ਔਰਤ ਦੇ ਨਾਲ। ਇਹ ਤੁਹਾਡਾ ਧਰਮ ਹੈ, ਈਮਾਨ ਹੈ, ਕਿਉਂਕਿ ਸਕਲ ਧਰਮ ਮੈਂ ਗ੍ਰਹਿਸਤ ਪ੍ਰਧਾਨ ਹੈ, ਭਾਈ ਗੁਰਦਾਸ ਜੀ ਨੇ ਲਿਖਿਆ। ਔਰਤ ਈਮਾਨ, ਪੁੱਤਰ ਨਿਸ਼ਾਨ। ਪੁੱਤਰ ਇਹ ਨਹੀਂ ਕਿ ਮੁੰਡੇ ਨੂੰ ਕਿਹਾ, ਪੁੱਤਰ ਆਪਾਂ ਧੀ ਨੂੰ ਵੀ ਕਹਿੰਦੇ ਆ, ਬੱਚੇ। ਪੁੱਤਰ ਨਿਸ਼ਾਨ। ਕਹਿੰਦੇ ਸ਼ਸਤਰ ਗਰੀਬ ਦੀ ਰੱਖਿਆ ਲਈ ਤੇ ਜਰਬਾਣੇ ਦੀ ਭਖਿਆ ਲਈ।
ਜਦੋਂ ਇਹ ਗੱਲ ਕਹੀ ਤਾਂ ਫਿਰ ਉਹਨੇ ਕਿਹਾ ਸੀ ਸਾਈਂ ਸਮਰੱਥ ਦਾਸ ਨੇ ਕਿ ਇਹ ਬਾਤ ਤੋਂ ਮੇਰੇ ਮਨ ਕੋ ਭਾਵਤੀ ਹੈ। ਇਹ ਸਾਈਂ ਸਮਰੱਥ ਦਾਸ ਉਹਦਾ ਸ਼ਿਵਾਜੀ ਮਰਹੱਟੇ ਦਾ ਗੁਰੂ ਸੀ। ਇੱਥੋਂ ਸਿੱਖਿਆ ਲੈ ਕੇ ਉਹਨੂੰ ਟ੍ਰੇਨ ਕੀਤਾ ਸੀ ਇਹਨੇ। ਬਹੁਤ ਲੰਬੀਆਂ ਕੜੀਆਂ ਨੇ ਜਿਹੜੀਆਂ ਜੁੜਦੀਆਂ ਨੇ। ਇਹ ਵੱਖਰੀ ਗੱਲ ਹੈ ਕਿ ਆਪਾਂ ਉਹਨਾਂ ਉਸ ਲੈਵਲ ਤੱਕ ਇਸ ਗੱਲ ਨੂੰ, ਇਸ ਨੂੰ ਪ੍ਰਚਾਰ ਨੂੰ ਹਲੇ ਪਹੁੰਚਾ ਹੀ ਨਹੀਂ ਸਕੇ। ਅਸੀਂ ਤਾਂ ਨਾਟਕਾਂ ਚੇਟਕਾਂ 'ਚ ਬੈਠੇ ਹਾਂ ਕਿ ਗੁਰੂ ਨੇ ਜੀ ਇੱਥੋਂ ਐਂ ਕਰਤਾ, ਹੁਣ ਕੋਈ ਕਰਾਮਾਤ ਹੋਊਗੀ, ਆਹ ਹੋਊਗੀ। ਐਂ ਕੁਛ ਨਹੀਂ ਹੁੰਦਾ। ਗੁਰੂ ਨੇ ਕਿਹਾ ਕਰਨਾ ਪਊ ਤੁਹਾਨੂੰ, ਗੱਲ ਮੰਨੋ, ਤੁਹਾਨੂੰ ਮੰਜ਼ਿਲ ਮਿਲੂਗੀ, ਤੁਸੀਂ ਤੁਰੋ ਸਹੀ। ਪਰ ਜੇ ਤੁਸੀਂ ਕਹੋ ਵੀ ਕਰਾਮਾਤਾਂ ਨਾਲ ਕਦੇ ਕੁਛ ਕਰ ਦਿਓ, ਉਹ ਆਪਾਂ ਅੱਗੇ ਕਰਾਂਗੇ ਸਾਂਝ, ਐਂ ਨਹੀਂ ਹੋਣਾ ਯਾਰ। ਇਹ ਕਰਨਾ ਪਊਗਾ। ਤੇ ਕਰਿਆ, ਤੇਗ ਚੱਕੀ ਤਾਂ ਬਾਦਸ਼ਾਹੀ ਤਖਤ ਮਿਲਿਆ, ਨਹੀਂ 800 ਸਾਲ ਹੋ ਗਏ ਤੇ ਗੁਲਾਮ ਬੈਠਿਆਂ ਨੂੰ। ਐਂ ਨਹੀਂ ਮਿਲਦਾ ਹੁੰਦਾ। ਜਿਹੜੇ ਵੀ ਕਾਮਯਾਬ ਬੰਦੇ ਹੁੰਦੇ ਨੇ ਦੁਨੀਆ 'ਚ ਅੱਜ ਵੀ ਨੇ, ਉਹਨਾਂ ਨੇ ਮਿਹਨਤਾਂ ਕੀਤੀਆਂ ਨੇ। ਬਿਨਾਂ ਮਿਹਨਤਾਂ ਤੋਂ ਕੁਛ ਨਹੀਂ ਹੁੰਦਾ। ਘਰੇ ਬੈਠਿਆਂ ਨੂੰ ਕੁਛ ਨਹੀਂ ਮਿਲਦਾ। ਸੋ ਪਾਤਸ਼ਾਹ ਨੇ ਇੱਕ ਘਟਨਾ ਆਉਂਦੀ ਹੈ, ਇੱਕ ਸੁਥਰੇ ਸ਼ਾਹ ਜੀ ਆਉਂਦੇ ਨੇ ਸਾਡੇ ਇਤਿਹਾਸ 'ਚ। ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਸੀ। ਉਹਨਾਂ ਦੇ ਨਾ ਬੱਚੇ ਦੇ ਮੂੰਹ 'ਚ ਦੰਦ ਤੇ ਜੰਮਦੇ ਤੇ ਬੜੇ ਵਹਿਮ ਨੇ ਲੋਕਾਂ 'ਚ, ਅੱਜ ਵੀ ਨੇ। ਹਾਂਜੀ, ਜ਼ਮੀਰਾਂ ਵਿਕ ਚੁੱਕੀਆਂ ਨੇ, ਪਰ ਅੱਜ ਵੀ ਹੈਗੇ ਨੇ। ਹੈਣ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ, ਹੈਗੇ ਨੇ। ਨਹੀਂ, ਸ਼ਾਹਦੌਲਾ ਨਹੀਂ ਸੀ, ਸਾਈਂ ਸਮਰੱਥ ਦਾਸ ਸੀ ਉਹਦਾ ਨਾਮ। ਤੇ ਇਹ 2-3 ਆਏ ਸੀਗੇ ਜੀ ਅਲੱਗ-ਅਲੱਗ ਤਰ੍ਹਾਂ ਦੇ। ਕਈਆਂ ਨਾਲ ਵਿਚਾਰ ਵਟਾਂਦਰਾ ਇੱਦਾਂ ਦਾ ਹੁੰਦਾ ਰਿਹਾ, ਇਹਦੇ ਨਾਲ ਵੱਖਰਾ ਹੋਇਆ ਸੀ। ਸੋ ਗੁਰੂ ਪਾਤਸ਼ਾਹ ਦੇ ਵੇਲੇ ਉਹ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਵਹਿਮ ਭਰਮ ਤਾਂ ਅੱਜ ਵੀ ਨੇ। ਉਹਦੇ ਬੱਚੇ ਦੇ ਨਾ ਜੰਮਦੇ ਦੇ ਮੂੰਹ 'ਚ ਦੰਦ ਤੇ ਪੂਰੀ ਦੰਦਰੌਲ, ਤੇ ਘਰਦਿਆਂ ਨੇ ਦੇਖਿਆ ਤਾਂ ਮਨਹੂਸ ਆ ਗਿਆ। ਇਹ ਰਿਵਾਜ਼ ਸੀ ਨਾ ਵੀ ਤਾਂ ਖਾ ਜੂਗਾ ਸਾਰੇ ਘਰਦਿਆਂ ਨੂੰ। ਮਤਲਬ ਇਹੀ ਜਿਹੀਆਂ ਘਟੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ। ਜਿਵੇਂ ਅੱਜ ਵੀ ਇਹ ਕਹਿੰਦੇ ਜੀ ਬਿੱਲੀ ਰਾਹ ਕੱਟ ਗਈ। ਹੁਣ ਕਪੂਰ ਲਿਖਦਾ, ਕਹਿੰਦਾ ਬਿੱਲੀ ਰਾਹ ਕੱਟ ਜੇ ਤਾਂ ਮਾੜਾ ਹੁੰਦਾ, ਪਰ ਕਹਿੰਦਾ ਕਿਹਦੇ ਲਈ ਮਾੜਾ, ਕਿਹਦੇ ਲਈ ਹੁੰਦਾ, ਇਹ ਨਿਰਭਰ ਕਰਦਾ ਕਿ ਬਿੱਲੀ ਦਾ ਰਾਹ ਕੱਟਿਆ ਕਿਹਨੇ ਹੈ, ਜਾਂ ਬਿੱਲੀ ਕਿਹਦੇ ਰਾਹ 'ਚ ਆਈ ਹੈ, ਚੂਹੇ ਦੇ ਕਿ ਕੁੱਤੇ ਦੇ। ਹੁਣ ਆਪਾਂ ਦੇਖਣਾ ਵੀ ਆਪਾਂ ਕੁੱਤਾ ਬਣਨਾ ਕਿ ਚੂਹਾ ਬਣਨਾ। ਭਾਵ ਅਸੀਂ ਭਾਰੂ ਹੋਣਾ ਕਿ ਉਹਨੇ ਸਾਡੇ ਤੇ ਭਾਰੂ ਹੋਣਾ। ਕੋਈ ਵੀ ਮੁਸੀਬਤ ਨਹੀਂ, ਬਿੱਲੀ ਇੱਕ ਮੁਸੀਬਤ ਕਹਿ ਲਓ ਆਪਾਂ। ਲੜਾਈ ਤਾਂ ਆਰ ਪਾਰ ਦੀ ਹੁੰਦੀ ਹੈ। ਜਦੋਂ ਅਗਲੇ ਨੇ ਲੈਣ ਖਿੱਚਤੀ, ਤੁਹਾਡਾ ਬਾਪ ਦਾ ਆਹ ਹਾਲ ਕਰਤਾ, ਤਵੀਆਂ ਤੇ ਰਾੜਤਾ, ਫਿਰ ਅਗਲੇ ਨੇ ਵੀ ਲੈਣ ਖਿੱਚਤੀ ਵੀ ਹੁਣ ਲੈਣ ਹੈ ਪਿੱਛੇ, ਜਾਂ ਮਰਾਂਗੇ ਜਾਂ ਮਾਰਾਂਗੇ। ਚਲੋ, ਉਹ ਜਦੋਂ ਹੋ ਗਿਆ ਟਾਈਮ ਕਰਨਾ, ਓਕੇ, ਅੱਜ ਮੈਨੂੰ ਲੱਗਦਾ ਟਾਈਮ ਹੋ ਗਿਆ ਕਾਫੀ। ਤੇ ਭਾਈ ਸੁਥਰੇ ਸ਼ਾਹ ਜੀ ਦੀ ਮੈਂ ਇੱਕ ਸਾਖੀ ਸੁਣਾਊਂਗਾ। ਉਹਨਾਂ ਦੀਆਂ ਕਈ ਨੇ, ਤੁਹਾਨੂੰ ਮੈਨੂੰ ਲੱਗਦਾ, ਕਿਉਂਕਿ ਮੈਂ ਕਦੇ ਵੀ ਨਹੀਂ ਸੁਣੀ ਉਹਨਾਂ ਦੀ ਵੀ ਕੋਈ ਸਿੰਘ ਸੁਣਾਉਂਦਾ ਹੋਵੇ ਜਾਂ ਸਟੇਜ 'ਤੇ, ਕਿਸੇ ਨੂੰ ਨਹੀਂ ਸੁਣੀ। ਇੱਕ ਸੁਣਾਊਂਗਾ, ਉਹਨਾਂ ਦੀਆਂ ਬਹੁਤ ਨੇ, ਅੱਗੇ ਫੇਰ ਸਾਂਝ ਕਰਾਂਗੇ। ਭਾਈ ਸੁਥਰੇ ਸ਼ਾਹ ਜੀ ਨੂੰ ਚੱਕ ਕੇ ਜਦੋਂ ਉਹਨਾਂ ਦੇ ਦੰਦਰੌਲ ਸੀ ਤਾਂ ਗੁਰੂ ਸਾਹਿਬ ਲੈ ਕਹਿੰਦੇ ਇੰਨਾ ਸੁਥਰਾ ਬੱਚਾ ਕਿਹਦਾ, ਚੱਕ ਲਿਆ। ਜਦੋਂ ਸੁਥਰਾ ਕਹਿਤਾ, ਸੋਹਣਾ, ਸੁਥਰੇ ਦਾ ਮਤਲਬ ਹੁੰਦਾ ਸੋਹਣਾ। ਲੈ ਆਂਦੇ, ਲਿਆ ਕੇ ਪਾਲਿਆ। ਉਹਦੇ ਮਾਂ ਬਾਪ ਲੈ ਗਏ ਵੀ ਗਲਤੀ ਹੋ ਗਈ ਜੀ, ਸਾਨੂੰ ਦੇ ਦਿਓ। ਕੁਛ ਟਾਈਮ ਉੱਥੇ ਰਿਹਾ, ਮਾਂ ਬਾਪ ਚੜ੍ਹਾਈ ਕਰਕੇ ਸੁਥਰੇ ਸ਼ਾਹ ਜੀ ਸਾਰਾ ਕੁਛ ਦੇ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਗਏ। ਕਹਿੰਦੇ ਮੈਂ ਤਾਂ ਹੁਣ ਤੁਹਾਡਾ ਹੀ ਹਾਂ। ਆ ਕੇ ਬਹੁਤ ਕੁਛ ਗੁਰੂ ਪਾਤਸ਼ਾਹ ਤੋਂ ਬਾਣੀ ਸਿੱਖੀ ਤੇ ਉਹ ਪ੍ਰਚਾਰਕ ਬਣਿਆ। ਔਰ ਪ੍ਰਚਾਰ ਕਰਨ ਦਾ ਜਿਹੜਾ ਉਹਦਾ ਢੰਗ ਸੀ, ਜੇ ਅੱਜ ਕੋਈ ਉੱਦਾਂ ਕਰਨ ਲੱਗ ਜੇ ਨਾ, ਗਰਦਨੇ ਲਾ ਦੇਣਗੇ ਸਾਡੇ ਵਾਲੇ ਤਾਂ ਇਹੋ ਜਿਹੇ ਨੇ। ਉਹ ਗੁਰੂ ਦੇ ਦਰਬਾਰ 'ਚ ਇਹੋ ਜਿਹੇ ਢੰਗ ਨਾਲ ਗੱਲਾਂ ਕਰ ਜਾਂਦਾ ਸੀ ਕਿ ਕਈ ਵਾਰੀ ਤਾਂ ਮਤਲਬ ਐਂ ਸਮਝ ਲਓ ਵੀ ਕੁੱਟਮਾਰ ਹੁੰਦੀ ਉਹ ਬਚੀ ਹੈ। ਇੱਕ ਦਿਨ ਸਿੰਘ ਪਾਠ ਕਰ ਰਿਹਾ, ਮੈਂ ਇੱਕ ਘਟਨਾ ਸਾਂਝੀ ਕਰਨ ਲੱਗਿਆ ਕਿਉਂਕਿ ਉਦੋਂ ਬਾਅਦ ਫਤਿਹ ਦੀ ਸਾਂਝ ਕਰਾਂਗੇ। ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਤੇ ਉਹ ਪਾਠ ਕਰਦੇ ਕਰਦੇ ਕਹਿ ਰਿਹਾ, ਗਾਵਣ ਤੁਧਨੋਂ ਜਤੀ ਸਤੀ ਸੰਤੋਖੀ। ਸੰਗਤ ਵੀ ਬੈਠੀ ਹੈ ਤੇ ਸੁਥਰੇ ਸ਼ਾਹ ਕਹਿੰਦਾ ਫਿਰ ਤੈਨੂੰ ਕੀ। ਇੱਕ ਵਾਰੀ ਸਾਰਿਆਂ ਨੇ ਦੇਖਿਆ, ਉਹ ਕਹਿੰਦਾ ਗਾਵਣ ਤੁਧਨੋਂ ਵੀਰ ਕਰਾਰੇ। ਸੁਥਰੇ ਸ਼ਾਹ ਜੀ ਫਿਰ ਕਹਿੰਦੇ ਫਿਰ ਤੈਨੂੰ ਕੀ। ਫਿਰ ਉਹਨੇ ਅਗਲੀ ਪੰਗਤੀ ਪੜ੍ਹੀ, ਕਹਿੰਦੇ ਗਾਵਣ ਤੁਧਨੋਂ ਇੰਦਰਾਸਣ ਬੈਠੇ। ਫਿਰ ਕਿਹਾ ਤੈਨੂੰ ਕੀ। ਗਾਵਣ ਤੁਧਨੋਂ ਵੀਰ ਕਰਾਰੇ, ਫਿਰ ਕਹਿੰਦਾ ਕਰੇ ਤੈਨੂੰ ਕੀ। ਜਦੋਂ ਉਹ ਕਿਹਾ ਕਰੇ ਗਾਵਣ 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 ਦੀ ਚੱਲੇਗੀ, ਇਹ ਤੈਨੂੰ ਕੀ ਤੈਨੂੰ ਕੀ। ਤੂੰ ਸੰਗਤ ਇਹਨੇ ਦੇਖਿਆ ਵੀ ਹੁਣ ਔਖਾ ਹੈ ਕੰਮ, ਹੁਣ ਫਿਰ ਸਕਦਾ ਛਿੱਤਰ ਮੇਰੇ ਨਿਕਲ ਗਏ। ਹਾਂਜੀ, ਮਿਸ਼ਨਰੀ ਸੁਣਾਉਂਦੇ ਨੇ ਜੀ, ਧੁੰਦਾ ਵੀਰ ਜੀ ਨੇ ਬਹੁਤ ਵਾਰੀ ਤੁਸੀਂ ਕਹਿੰਦੇ ਸੁਣੀਆਂ ਨੇ। ਹਾਂਜੀ, ਚੰਗੀ ਗੱਲ ਹੈ, ਪਰ ਬਹੁਤ ਘੱਟ ਸੁਣਾਈਆਂ ਜਾਂਦੀਆਂ ਨੇ। ਸੋ ਇਹ ਜਦੋਂ ਗੱਲਾਂ ਕਰੀ ਗਿਆ ਵੀ ਤੈਨੂੰ ਕੀ ਤੈਨੂੰ ਕੀ, ਸੰਗਤ ਨੇ ਜਦੋਂ ਦੇਖਿਆ ਵੀ ਇਹ ਬਾਣੀ ਦੀ ਨਰਾਦਰੀ ਕਰ ਰਿਹਾ, ਇਹ ਲੰਘ ਗਿਆ, ਭੱਜ ਗਿਆ। ਕਈ ਦਿਨ ਨਹੀਂ ਮੁੜਿਆ। ਤੇ ਜਦੋਂ ਗੁਰੂ ਪਾਤਸ਼ਾਹ ਕੋਲ ਸ਼ਿਕਾਇਤਾਂ ਪਹੁੰਚ ਗਈਆਂ, ਇਹ 6ਵੇਂ ਗੁਰੂ ਤੋਂ ਲੈ ਕੇ 10ਵੇਂ ਗੁਰੂ ਪਾਤਸ਼ਾਹ ਤੱਕ ਰਿਹਾ। ਠੀਕ ਹੈ ਨਾ। ਸਾਰੇ ਗੁਰੂ ਸਾਹਿਬਾਨਾਂ ਦੇ ਵਿੱਚ ਇਹਨੇ ਵੱਖੋ ਵੱਖਰੀਆਂ ਘਟਨਾਵਾਂ ਕੀਤੀਆਂ ਨੇ।
ਤੇ ਜਦੋਂ ਸ਼ਿਕਾਇਤ ਪਹੁੰਚੀ, ਗੁਰੂ ਪਾਤਸ਼ਾਹ ਸਮਝਦੇ ਤੇ ਵੀ ਕੋਈ ਗੱਲ ਹੈਗੀ ਆ, ਸੁਥਰੇ ਸ਼ਾਹ ਐਦਾਂ ਬੋਲਣ ਵਾਲਾ ਤਾਂ ਹੈ ਨਹੀਂ। ਉਹ ਹੱਸ ਪਏ, ਕਹਿੰਦੇ ਕੋਈ ਨਹੀਂ, ਆਉਣ ਤੋਂ ਪੁੱਛਦੇ ਆ। ਜਦੋਂ ਆ ਗਿਆ ਦਰਬਾਰ 'ਚ ਕੁਛ ਦਿਨਾਂ ਬਾਅਦ, ਇਹ ਐਦਾਂ ਮੁੜ ਕੇ ਆਉਂਦਾ ਹੁੰਦਾ ਸੀ ਵੀ ਜਿਵੇਂ ਕੁਛ ਹੋਇਆ ਨਹੀਂ, ਜਿਵੇਂ ਜਵਾਕ ਨਹੀਂ ਗਲਤੀ ਕਰਕੇ ਆ ਸਾਊ ਜਾ ਹੋ ਕੇ ਬਹਿ ਜਾਂਦਾ ਆ ਕੇ ਵੀ ਪਤਾ ਨਾ ਲੱਗੇ ਮੇਰਾ, ਇਹ ਐਂ ਆ ਕੇ ਬਹਿ ਜਾਂਦੇ ਤੇ ਉਹ ਰੌਲਾ ਪੈ ਗਿਆ, ਸੰਗਤ ਤਾਂ ਡੀਕ ਰਹੀ ਤੇ ਆ ਗਿਆ ਜੀ, ਆ ਗਿਆ, ਕਿਉਂਕਿ ਕਈ ਤਾਂ ਮੇਰੇ ਵਰਗੇ ਗਈ ਇਸ ਕੰਮ ਲਈ ਹੁੰਦੇ ਨੇ ਨਾ, ਰੌਲਾ ਪਾਉਣ ਲਈ ਜਾਂ ਦੂਜੇ ਨੂੰ ਫਸਾਉਣ ਲਈ ਜਾਂ ਦੱਸਣ ਲਈ ਵੀ ਉਹਦੀ ਕੀ ਗਲਤੀ ਹੈ। ਰੌਲਾ ਪਾਤਾ ਆ ਗਿਆ, ਮਤਲਬ ਜੋ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ 'ਚ ਵੀ ਖੱਲ ਪਾ ਦਿੰਦੇ ਨੇ ਵੀ ਆਹ ਪਹਿਲਾਂ ਆਹ ਨਿਬੇੜੋ ਜੀ ਕੰਮ। ਗੁਰੂ ਜੀ ਨੇ ਬੁਲਾ ਲਿਆ, ਕਹਿੰਦੇ ਭਾਈ ਕੀ ਹੋ ਗਿਆ? ਕਹਿੰਦੀ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦੇ ਸ਼ਿਕਾਇਤ ਸੰਗਤਾਂ ਨੇ ਭਾਈ ਸ਼ਿਕਾਇਤ ਕੀਤੀ ਹੈ, ਸਾਨੂੰ ਪਤਾ, ਇਹਨਾਂ ਨੂੰ ਸਮਝਾ, ਇਹਨਾਂ ਨੂੰ ਨਹੀਂ ਸਮਝ ਤੇਰੀਆਂ ਗੱਲਾਂ ਦੀ। ਕਹਿੰਦੇ ਮਹਾਰਾਜ ਪੜ੍ਹ ਰਿਹਾ ਸੀ ਵੀ ਗਾਵਣ ਤੁਧਨੋਂ ਪੰਡਤ ਪੜ੍ਹਨ ਰਖੀਸਰ। ਕਹਿੰਦੇ ਮੈਂ ਤਾਂ ਇਹੀ ਕਿਹਾ ਸੀ ਵੀ ਤੈਨੂੰ ਕੀ, ਓਏ ਤੂੰ ਵੀ ਗਾ ਲੈ, ਉਹ ਤਾਂ ਗਾਉਂਦੇ ਨੇ ਸਭ ਨੂੰ, ਸਾਨੂੰ ਪਤਾ ਹੈ, ਸੂਰਜ ਵੀ ਗਾ ਰਿਹਾ, ਚੰਦ ਵੀ ਗਾ ਰਿਹਾ, ਤੂੰ ਕਦੋਂ ਗਾਏਂਗਾ? ਇੱਥੋਂ ਗਾ, ਇੱਥੋਂ ਨਹੀਂ, ਜ਼ੁਬਾਨ ਤੋਂ ਨਹੀਂ, ਦਿਲੋਂ ਗਾ। ਉਹ ਜਿਵੇਂ ਗਾ ਰਹੇ ਨੇ, ਗਾਵਣ ਤੁਧਨੋਂ ਇੰਦਰਾਸਨ ਬੈਠੇ। ਮੈਂ ਤਾਂ ਇਹੀ ਕਹਿ ਰਿਹਾ ਸੀ ਤੁਸੀਂ ਵੀ ਗਾਓ, ਸੰਗਤ ਨੂੰ ਵੀ ਬੇਨਤੀ ਸੀ ਤੁਸੀਂ ਵੀ ਗਾਓ। ਸੋ ਇਸ ਢੰਗ ਨਾਲ ਭਾਈ ਸੁਥਰੇ ਸ਼ਾਹ ਜੀ ਨਾਟਕੀ ਢੰਗ ਨਾਲ ਪ੍ਰੈਕਟੀਕਲੀ ਸੱਟ ਮਾਰ ਕੇ ਸਾਡੇ ਦਿਲ 'ਤੇ ਸਾਨੂੰ ਸਮਝਾਉਂਦੇ ਤੇ ਇਹੋ ਜਿਹੀਆਂ ਘਟਨਾਵਾਂ ਬਹੁਤ ਨੇ। ਉਹਨਾਂ ਦੇ ਜੀਵਨ ਦੀਆਂ ਮੈਂ ਅਗਲੇ ਵਾਰੀ ਸਾਂਝ ਕਰੂੰਗਾ। ਸੋ ਸਮਾਂ ਕਾਫੀ ਹੋ ਗਿਆ। ਸਾਰੀ ਸੰਗਤ ਦਾ ਦਿਲੋਂ ਧੰਨਵਾਦ। ਗਲਤੀਆਂ ਬਹੁਤ ਹੁੰਦੀਆਂ ਨੇ ਕਿਉਂਕਿ ਮੈਂ ਬਹੁਤਾ ਪੜ੍ਹਿਆ ਲਿਖਿਆ ਤਾਂ ਹਾਂ ਨਹੀਂ ਅਤੇ ਨਾ ਕੋਈ ਪ੍ਰੋਫੈਸ਼ਨਲ ਆ। ਮੇਰਾ ਜੀਅ ਕਰਦਾ ਵੀ ਮੇਰੇ ਗੁਰੂ ਦੀ ਗੱਲ, ਮੇਰੇ ਗੁਰੂ ਇਤਿਹਾਸ ਦੀ ਗੱਲ, ਜਿਹੜਾ ਐਡਾ ਕਮਾਲ ਦਾ ਵਿਰਸਾ ਉਹ ਤੁਹਾਡੇ ਤੱਕ ਪਹੁੰਚੇ, ਹਰੇਕ ਤੱਕ ਪਹੁੰਚੇ। ਸਾਰਿਆਂ ਨੂੰ ਇਹ ਹੁੰਦਾ ਆਪਾਂ ਨੂੰ, ਤੁਹਾਨੂੰ ਵੀ ਹੈ, ਤੁਸੀਂ ਵੀ ਮੈਨੂੰ ਦੱਸਦੇ ਹੋ ਬਹੁਤ ਸਾਰੀਆਂ ਗੱਲਾਂ। ਸੋ ਤੁਹਾਡਾ ਵੀ ਦਿਲੋਂ ਧੰਨਵਾਦ। ਦੱਸਿਆ ਕਰੋ ਤਾਂ ਕਿ ਇੱਕ ਦੂਜੇ ਨੂੰ ਦੱਸ ਕੇ ਹੋਰ ਗੱਲਾਂ ਸਾਂਝੀਆਂ ਹੋ ਜਾਂਦੀਆਂ ਨੇ। ਸੋ ਬਹੁਤ ਸਾਰੇ ਵੀਰ ਸੱਜਣ ਪੁਸਤਕਾਂ ਕਿਤਾਬਾਂ ਵੀ ਪੜ੍ਹ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ। ਟਾਈਮ ਮੈਨੂੰ ਪਤਾ ਘੰਟਾ ਹੋ ਜਾਂਦਾ ਨਾ ਕਰਦੇ ਵੀ, ਫਿਰ ਵੀ ਖਿਮਾ ਦਾ ਜਾਚਕ ਹਾਂ। ਅਗਲੀ ਵਾਰੀ ਫੇਰ ਸੈਚਰਡੇ ਅਤੇ ਸੰਡੇ ਸੇਮ ਟਾਈਮ ਤੁਹਾਡੇ ਦਰਸ਼ਨ ਫੇਰ ਕਰਾਂਗੇ। ਫਤਿਹ ਦੀ ਸਾਂਝ ਫਤਿਹ ਵਿੱਚ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।